हाँ जी स्टूडेंट्स, वेलकम करते हैं तुहाडा तूर स्टडी क्लास यूट्यूब चैनल दे विच। इस वीडियो दे विच स्टूडेंट्स आपां धुनी विउन तो वाला क्वेश्चन करांगे। धुनी विउन दे विच आपां जिहड़े कि खंडी ते अखंडी धुनियां, ठीक है, खंडी ते अखंडी धुनियां ये हुंदियां की ने आपां कल जिहड़े कि डिस्कस कर लिया सी। अज आपां जिहड़े कि टॉपिक करांगे ते खंडी धुनियां दे विचों जिहड़े कि व्यंजन धुनियां, डकमे व्यंजन किहड़े ने, अडकमे व्यंजन किहड़े ने, शघोष अघोष, ठीक है, कंठी तालवी, ये सारा ਆਪਾਂ ਅੱਜ ਕਰਾਂਗੇ। ਤੇ ਇਹ ਵੀਡੀਓ अगर ਤੁਸੀਂ नहीं देखी हुई पहला खंडी ਤੇ अखंडी ਧੁਨੀਆਂ ਕੀ ਨੇ ਉਹ ਵੀਡੀਓ ਜ਼ਰੂਰ ਵਾਚ ਕਰੋ, ਕਿਉਂਕਿ अगर ਤੁਸੀਂ ਉਹ ਵੀਡੀਓ ਵਾਚ ਕਰੋਗੇ ਤਾਂ ਹੀ ਤੁਹਾਨੂੰ ਜਿਹੜੇ ਕਿ ਅਗਲਾ ਕਨਸੈਪਟ ਸਮਝ ਲੱਗਣਾ। ਉਹਦੇ ਵਿੱਚ ਆਪਾਂ ਨੇ ਸਾਰਾ ਕੀਤਾ ਹੋਇਆ ਖੰਡੀ ਤੇ ਅਖੰਡੀ ਧੁਨੀਆਂ ਤੇ ਧੁਨੀਆਂ ਦਾ ਜਿਹੜਾ ਵਰਗੀਕਰਨ ਹੈ ਖੰਡੀ ਧੁਨੀਆਂ ਤੇ ਅਖੰਡੀ ਧੁਨੀਆਂ। ਖੰਡੀ ਧੁਨੀਆਂ ਦੇ ਵਿੱਚ ਸਵਰ ਧੁਨੀਆਂ ਤੇ ਵਿਅੰਜਨ ਧੁਨੀਆਂ ਆਉਂਦੀਆਂ ਨੇ। ਅਖੰਡੀ ਦੇ ਵਿੱਚ ਨਾਸਿਕਤਾ ਵੱਲ ਸੁਰ ਲਹਿਰ ਸੁਰ ਜਿਹੜੇ ਕਿ ਤੇ ਸੰਗਮ ਆਉਂਦਾ, ਠੀਕ ਹੈ। ਇਹਨਾਂ ਦੇ ਵਿੱਚੋਂ ਆਪਾਂ ਸਵਰ ਧੁਨੀਆਂ ਕੱਲ ਕਰ ਚੁੱਕੇ ਹਾਂ। ਸਵਰ ਧੁਨੀਆਂ ਦੇ ਵਿੱਚ ਆਪਾਂ ਨੇ ਤੁਹਾਨੂੰ ਜਿਹੜੇ ਕਿ ਕਰਵਾਇਆ ਸੀ ਸਵਰਾਂ ਦਾ ਵਰਗੀਕਰਨ, ਠੀਕ ਹੈ। ਸਵਰਾਂ ਦਾ ਵਰਗੀਕਰਨ ਬੁੱਲਾਂ ਦੇ ਆਧਾਰ ਤੇ, ਗੋਲ ਅਗੋਲ, ਠੀਕ ਹੈ, ਜੀਭ ਦੀ ਸਥਿਤੀ ਦੇ ਆਧਾਰ ਤੇ ਵੀ ਅਗਲੇ ਵਿਚਕਾਰਲੇ ਪਿਛਲੇ ਤੇ ਜੀਭ ਦੀ ਉਚਾਈ ਦੇ ਆਧਾਰ ਤੇ ਉੱਚੇ ਅਰਧ ਉੱਚੇ ਨੀਵੇਂ ਜਿਹੜੇ ਕਿ ਅਰਧ ਨੀਵੇਂ ਤੇ ਨੀਵੇਂ, ਇਹ ਆਪਾਂ ਸਾਰਾ ਕਨਸੈਪਟ ਹੈ ਜਿਹੜੀ ਕਿ ਕੱਲ ਕਰ ਚੁੱਕੇ ਹਾਂ। ਅਗਰ ਤੁਸੀਂ ਉਹ ਵੀਡੀਓ ਨਹੀਂ ਵਾਚ ਕੀਤੀ ਤਾਂ ਜ਼ਰੂਰ ਵਾਚ ਕਰੋ, ਠੀਕ ਹੈ। ਹਾਂਜੀ, उस वीडियो का लिंक मैं कमेंट बॉक्स के पिन कर दूँगी। अज अपने करना हुण व्यंजन धुनियां, ठीक है। व्यंजन धुनियां हुंदियां क्या ने? व्यंजन धुनियां वो हुंदियां ने जिन्हां दे उच्चारण समय जिहड़ी अपनी हवा जिहड़ी कि फेफड़िਆਂ ਦੇ ਵਿੱਚੋਂ निकलदी है, भाव कि ਜਦੋਂ ਆਪਾਂ ਬੋਲਦੇ ਹਾਂ ਤਾਂ ਆਪਣੇ ਮੂੰਹ ਦੇ ਵਿੱਚੋਂ ਜਿਹੜੀ ਆਵਾਜ਼ ਆਉਂਦੀ ਆ ਉਹ ਕਿਸੇ ਨਾ ਕਿਸੇ ਜਿਹੜੇ ਕਿ ਮੂੰਹ ਪੋਲ ਦੇ ਵਿੱਚ ਕਿਸੇ ਨਾ ਕਿਸੇ ਉਚਾਰਨ ਸਥਾਨ ਤੇ ਜਿਹੜੇ ਕਿ ਅੰਸ਼ਿਕ ਰੂਪ ਦੇ ਵਿੱਚ ਜਾਂ ਪੂਰੀ ਤਰ੍ਹਾਂ ਰੁਕ ਕੇ ਬਾਹਰ ਨਿਕਲਦੀ ਆ, ਠੀਕ ਆ। ਉਹ ਹੁੰਦੀਆਂ ਨੇ ਵਿਅੰਜਨ ਧੁਨੀਆਂ। ਤੇ ਆਪਾਂ ਨੇ ਕੀਤਾ ਸੀ ਸਵਰ ਧੁਨੀਆਂ, ਉਹ ਹੁੰਦੀਆਂ ਨੇ ਜਦੋਂ ਆਪਾਂ ਜਿਹੜੇ ਕਿ ਮੂੰਹ ਦੇ ਵਿੱਚੋਂ ਬੋਲਦੇ ਹੋ ਤਾਂ ਬਿਨਾਂ ਕਿਸੇ ਰੁਕਾਵਟ ਦੇ ਜਿਹੜੀ ਕਿ ਫੇਫੜਿਆਂ ਦੇ ਵਿੱਚੋਂ ਜਿਹੜੀ ਹਵਾ ਬਣਦੀ ਹੈ ਬੋਲਣ ਟਾਈਮ ਉਹ ਬਿਨਾਂ ਕਿਸੇ ਰੁਕਾਵਟ ਦੇ ਬਾਹਰ ਆਉਂਦੀ, ਉਹ ਹੁੰਦੀਆਂ ਨੇ ਸਵਰ ਧੁਨੀਆਂ। ਤੇ ਜਦੋਂ ਜਿਹੜੇ ਕਿ ਫੇਫੜਿਆਂ ਦੇ ਵਿੱਚੋਂ ਜਿਹੜੀ ਨਿਕਲਦੀ ਹਵਾ ਉਹ ਮੂੰਹ ਪੋਲ ਦੇ ਵਿੱਚ ਕਿਸੇ ਨਾ ਕਿਸੇ ਉਚਾਰਨ ਸਥਾਨ ਉੱਪਰ ਅੰਸ਼ਿਕ ਰੂਪ, ਅੰਸ਼ਿਕ ਭਾਵ ਕਿ ਥੋੜੇ ਰੂਪ ਦੇ ਵਿੱਚ ਜਾਂ ਪੂਰੀ ਤਰ੍ਹਾਂ ਰੁਕ ਕੇ ਛੱਡੀ ਜਾਂਦੀ ਹੈ, ਤਾਂ ਉਹਨੂੰ ਆਪਾਂ ਕੀ ਕਹਿੰਦੇ ਆ? ਵਿਅੰਜਨ ਧੁਨੀਆਂ, ਠੀਕ ਹੈ, ਵਿਅੰਜਨ ਧੁਨੀਆਂ। ਤੇ ਵਿਅੰਜਨ ਦੋ ਪ੍ਰਕਾਰ ਦੇ ਹੁੰਦੇ ਨੇ, ਪਹਿਲਾਂ अडकमे व्यंजन ते डकमे व्यंजन। हाँ जी, हाँ जी, अडकमे पहला आपां कर रहे हैं। अडकमे व्यंजन किहड़े ने? अडकमे व्यंजन जिन्हां धुनियां दा उच्चारण, जिन्हां धुनियां दा उच्चारण जिहड़ी कि फेफड़िਆਂ चों आउंदी हवा ਜਾਂ ਸਾਹ ਨੂੰ ਅੰਸ਼ਿਕ ਰੂਪ ਦੇ ਵਿੱਚ, ਅੰਸ਼ਿਕ ਭਾਵ ਕਿ ਥੋੜੇ ਜਿਹੇ ਰੂਪ ਦੇ ਵਿੱਚ ਰੋਕ ਕੇ ਛੱਡਣ ਨਾਲ ਹੁੰਦਾ। ਜਿਹੜੇ ਕਿ ਅਡਕਮੇ ਵਿਅੰਜਨ ਉਹ ਧੁਨੀਆਂ ਹੁੰਦੀਆਂ ਨੇ ਜਿਨ੍ਹਾਂ ਨੂੰ ਜਦੋਂ ਆਪਾਂ ਮੂੰਹ ਦੇ ਵਿੱਚੋਂ ਕੁਝ ਬੋਲਦੇ ਆ, ਜਿਹੜੀ ਆਪਣੀ ਹਵਾ ਜਾਂ ਸਾਹ ਜਿਹੜੇ ਕਿ ਅੰਸ਼ਿਕ ਰੂਪ ਦੇ ਵਿੱਚ ਰੋਕ ਕੇ ਜਿਹੜੇ ਕਿ ਛੱਡਿਆ ਜਾਂਦਾ। ਤਾਂ ਅੰਸ਼ਿਕ ਰੂਪ ਜ਼ਰੂਰ ਯਾਦ ਰੱਖਣਾ, ਅੰਸ਼ਿਕ ਰੂਪ ਦੇ ਵਿੱਚ ਥੋੜੇ ਜਿਹੇ ਰੂਪ ਦੇ ਵਿੱਚ ਰੋਕ ਕੇ ਛੱਡਿਆ ਜਾਂਦਾ, ਉਹਨੂੰ ਆਪਾਂ ਕਹਿੰਦੇ ਆ ਅਡਕਮੇ ਵਿਅੰਜਨ, ਠੀਕ ਆ। ਅਡਕਮੇ ਵਿਅੰਜਨ ਤੇ ਅਡਕਮੇ ਵਿਅੰਜਨਾਂ ਦੇ ਉਚਾਰਨ ਸਮੇਂ ਜਾਂ ਤੁਸੀਂ ਇਹ ਯਾਦ ਕਰ ਸਕਦੇ ਜਾਂ ਇਹ, ਠੀਕ ਹੈ। ਭਾਵ ਕਿ ਅਡਕਮੇ ਵਿਅੰਜਨਾਂ ਦੇ ਉਚਾਰਨ ਸਮੇਂ ਫੇਫੜਿਆਂ ਚੋਂ ਨਿਕਲਦੀ ਹਵਾ ਜਾਂ ਆਵਾਜ਼ ਨੂੰ ਉਚਾਰਨ ਸਥਾਨ ਉੱਤੇ ਪੂਰੀ ਤਰ੍ਹਾਂ ਰੋਕ ਨਹੀਂ ਪੈਂਦੀ, ਭਾਵ ਕਿ ਪੂਰੀ ਤਰੀਕੇ ਨਾਲ ਨਹੀਂ ਰੋਕਿਆ ਜਾਂਦਾ, ਅੰਸ਼ਕ ਤੌਰ ਤੇ ਰੋਕਿਆ ਜਾਂਦਾ, ਅੰਸ਼ਕ ਤੌਰ ਤੇ ਥੋੜਾ ਜਿਹਾ ਰੋਕ ਕੇ ਛੱਡਿਆ ਜਾਂਦਾ, ਠੀਕ ਹੈ। ਤਾਂ ਉਹ ਬਣਦੇ ਨੇ ਆਪਣੇ ਅਡਕਮੇ ਵਿਅੰਜਨ। ਤੇ ਅਡਕਮੇ ਵਿਅੰਜਨ ਇਹਨਾਂ ਦੇ ਵਿੱਚੋਂ ਆਉਂਦੇ ਨੇ ਨਾਸਕੀ, ਪਾਰਸ਼ਵਿਕ, ਟ੍ਰਿਲ, ਫਲੈਪ, ਸੰਘਰਸ਼ੀ ਵਿਅੰਜਨ। ਇਹ ਸਾਰੇ ਜਿਹੜੇ ਕਿ ਅਡਕਮੇ ਵਿਅੰਜਨਾਂ ਦੇ ਵਿੱਚ ਆਉਂਦੇ ਨੇ, ਠੀਕ ਹੈ। ਆਪਾਂ ਕਰਾਂਗੇ ਅੱਗੇ ਚਾਰਟ ਦੇ ਵਿੱਚ। ਹਾਂਜੀ, देखो आ सारा चार्ट आ जिहड़ी कि डकमे व्यंजन वाला, अडकमे व्यंजन च किहड़े किहड़े ने आपां सारा तुहानूं समझावांगे। हुण अगे डकमे व्यंजन। डकमे व्यंजन किहड़े ने? डकमे व्यंजनां दे उच्चारण समय फेफड़िਆਂ ਦੇ ਵਿੱਚੋਂ ਬਾਹਰ ਨਿਕਲ ਰਹੀ ਹਵਾ ਨੂੰ ਮੂੰਹ ਵਿੱਚ ਕਿਸੇ ਨਾ ਕਿਸੇ ਥਾਂ ਤੇ ਪੂਰੀ ਤਰ੍ਹਾਂ ਰੋਕ ਕੇ ਫਿਰ ਇੱਕਦਮ ਛੱਡਿਆ ਜਾਂਦਾ, ਠੀਕ ਆ। ਫਰਕ ਕੀ ਹੈ ਇਹਨਾਂ ਦੇ ਵਿੱਚ? ਜਿਹੜੇ ਡਕਮੇ ਵਿਅੰਜਨ ਨੇ ਉਹਨਾਂ ਨੂੰ ਜਿਹੜੀ ਫੇਫੜਿਆਂ ਦੇ ਵਿੱਚੋਂ ਹਵਾ ਆਉਂਦੀ ਆ ਅੰਸ਼ਕ ਰੂਪ ਦੇ ਵਿੱਚ ਰੋਕ ਕੇ ਛੱਡਿਆ ਜਾਂਦਾ, ਉਹਨਾਂ ਨੂੰ ਅੰਸ਼ਕ ਰੂਪ ਦੇ ਵਿੱਚ, ਭਾਵ ਕਿ ਉਹਨਾਂ ਨੂੰ ਪੂਰੇ ਤਰੀਕੇ ਨਾਲ ਰੋਕ ਨਹੀਂ ਪੈਂਦੀ, ਅੰਸ਼ਕ ਰੂਪ ਦੇ ਵਿੱਚ ਰੋਕ ਕੇ ਛੱਡਿਆ ਜਾਂਦਾ। ਡਕਮੇ ਵਿਅੰਜਨਾਂ 'ਚ ਕੀ ਆ? ਜਿਹੜੇ ਆਪਾਂ ਮੂੰਹ ਦੇ ਵਿੱਚੋਂ ਬੋਲਦੇ ਉਹਨਾਂ ਨੂੰ ਪੂਰੇ ਤਰੀਕੇ ਨਾਲ ਰੋਕ ਕੇ ਰੱਖਿਆ ਜਾਂਦਾ, ਠੀਕ ਹੈ। ਪੂਰੇ ਤਰੀਕੇ ਨਾਲ ਪੂਰੀ ਤਰ੍ਹਾਂ ਰੋਕ ਕੇ ਫਿਰ ਇੱਕੋ ਦਮ ਛੱਡਿਆ ਜਾਂਦਾ, ਮਤਲਬ ਕਿ ਕੋਈ ਚੀਜ਼ ਆਪਾਂ ਪੂਰੇ ਤਰੀਕੇ ਨਾਲ ਰੋਕ ਲਈ ਫਿਰ ਉਹਨੂੰ ਇੱਕੋ ਦਮ ਛੱਡੀਏ, ਠੀਕ ਹੈ। ਉਹ ਕਿਹੜੇ ਵਿਅੰਜਨ ਹੋਣਗੇ? ਡਕਮੇ ਵਿਅੰਜਨ। ਜਦੋਂ ਰੋਕ ਨਹੀਂ ਪੈਂਦੀ, ਠੀਕ ਹੈ, ਰੋਕ ਨਹੀਂ ਪੈਂਦੀ, ਸਿੱਧਾ ਹੀ ਆਉਂਦੇ ਨੇ, ਠੀਕ ਹੈ। ਅੰਸ਼ਕ ਰੂਪ ਦੇ ਵਿੱਚ ਰੋਕ ਪੈਂਦੀ ਹੈ ਥੋੜ੍ਹੀ ਜਿਹੀ, ਬਟ ਪੂਰੀ ਰੋਕ ਨਹੀਂ ਪੈਂਦੀ, ਤਾਂ ਉਹ ਹੋਣਗੇ ਜਿਹੜੇ ਕਿ ਅਡਕਮੇ। ਜਦੋਂ ਪੂਰੇ ਤਰੀਕੇ ਨਾਲ ਰੋਕ ਕੇ ਫਿਰ ਇੱਕੋ ਦਮ ਛੱਡਿਆ ਜਾਂਦਾ ਤਾਂ ਉਹ ਕਿਹੜੇ ਨੇ? ਡਕਮੇ ਵਿਅੰਜਨ। ਤੇ ਇਹ ਯਾਦ ਕਰਨੇ ਬਹੁਤ ਸੌਖੇ ਨੇ ਡਕਮੇ ਵਿਅੰਜਨ। ਤੁਹਾਨੂੰ ਜਿਹੜੇ ਕਿ ਜਿਵੇਂ ਕੱਕੇ ਵਾਲੀ ਲਾਈਨ ਹੈਗੀ ਆ, ਕੱਕੇ ਵਾਲੀ ਫਿਰ ਲਾਈਨ, ਫਿਰ ਚੱਚੇ ਵਾਲੀ ਲਾਈਨ, ਫਿਰ ਟੈਂਕੇ ਵਾਲੀ ਲਾਈਨ, ਫਿਰ ਤੱਤੇ ਵਾਲੀ ਲਾਈਨ, ਫਿਰ ਜਿਹੜੇ ਕਿ
ਪੱਪੇ ਵਾਲੀ ਲਾਈਨ, ਇਹਨਾਂ ਦੇ ਪਹਿਲੇ ਪਹਿਲੇ 3-3 ਅੱਖਰ ਨੇ, ਪਹਿਲੇ 3-3 ਅੱਖਰ, ਜਿਵੇਂ ਕੱਕੇ ਦੇ ਵਿੱਚੋਂ ਕੱਕਾ, ਖੱਖਾ, ਗੱਗਾ, ਠੀਕ ਹੈ। ਇਹ ਢਕਵੇਂ ਵਿਅੰਜਨ ਨੇ, ਟੋਟਲ ਹੈਗੇ ਨੇ ਇਹ 15, ਟੋਟਲ 15 ਨੇ, ਠੀਕ ਹੈ। ਮਤਲਬ ਕਿ ਇਹ 5 ਲਾਈਨਾਂ ਦੇ ਪਹਿਲੇ 3-3 ਅੱਖਰ ਨੇ, ਕੱਕਾ, ਚੱਚਾ, ਟੈਂਕਾ, ਤੱਤੇ ਵਾਲੀ ਦੇ ਪੱਪੇ ਵਾਲੀ ਲਾਈਨ 'ਚ ਕੱਕਾ, ਖੱਖਾ, ਗੱਗਾ, ਚੱਚਾ, ਛੱਛਾ, ਜੱਜਾ, ਟੈਂਕਾ, ਠੱਠਾ, ਡੱਡਾ, ਤੱਤਾ, ਥੱਥਾ, ਦੱਦਾ, ਪੱਪਾ, ਫੱਫਾ, ਬੱਬਾ। ਇਹ ਪਹਿਲੇ 3-3 ਅੱਖਰ, ਠੀਕ ਹੈ। ਕੱਕੇ ਵਾਲੀ ਲਾਈਨ ਦੇ, ਚੱਚੇ ਵਾਲੀ, ਟੈਂਕੇ ਵਾਲੀ, ਤੱਤੇ, ਪੱਪੇ ਵਾਲੀ ਲਾਈਨ, ਇਹ ਕਿਹੜੇ ਨੇ? ਢਕਵੇਂ ਵਿਅੰਜਨ ਨੇ। ਟੋਟਲ ਕਿੰਨੇ ਨੇ? 15। ਤੇ ਸਾਰੇ ਤੁਹਾਨੂੰ ਸ਼ਾਰਟ ਕੁਐਸਚਨ 'ਚ ਵੀ ਕੰਮ ਆਉਣਗੇ ਕੁਐਸਚਨ। ਤੇ ਢਕਵੇਂ ਵਿਅੰਜਨਾਂ ਨੂੰ ਹੀ ਘੋਸ਼ਦਾ ਦੇ ਆਧਾਰ ਤੇ, ਠੀਕ ਹੈ, ਪ੍ਰਾਂਤ ਦੇ ਆਧਾਰ ਤੇ ਦੋ ਅੱਗੇ ਜਿਹੜੇ ਕਿ ਇਹਨਾਂ ਨੂੰ ਵੰਡਿਆ ਜਾਂਦਾ, ਠੀਕ ਹੈ। ਘੋਸ਼ ਦੇ ਆਧਾਰ ਤੇ ਸੁਘੋਸ਼ ਤੇ ਅਘੋਸ਼ ਅਤੇ ਅਲਪ ਪ੍ਰਾਣ ਮਹਾਪ੍ਰਾਣ ਸ਼੍ਰੇਣੀ ਵਿੱਚ ਵੀ ਵੰਡਿਆ ਜਾਂਦਾ, ਠੀਕ ਹੈ। ਹੁਣ ਹੈਗੇ ਨੇ ਸੁਘੋਸ਼ ਜਾਂ ਨਾਦੀ ਵਿਅੰਜਨ, ਸੁਘੋਸ਼ ਜਾਂ ਨਾਦੀ ਵਿਅੰਜਨ, ਇਹ ਟੌਪਿਕ ਢਕਵੇਂ ਵਿਅੰਜਨਾਂ ਦੇ ਅੰਡਰ ਹੀ ਆਉਂਦਾ, ਠੀਕ ਹੈ। ਸੁਘੋਸ਼ ਜਾਂ ਨਾਦੀ ਵਿਅੰਜਨ, ਜਦੋਂ ਸਾਹ ਦੀ ਹਵਾ ਨਾਦ ਦੇ ਜਿਹੜੀ ਕਿ ਆਪਣੇ ਨਾਦ ਤੰਤੀਆਂ ਨੇ ਇਹਨਾਂ ਦੇ ਵਿੱਚੋਂ ਨਿਕਲਣ ਦੇ ਨਾਲ ਉਹ ਕੰਬਦੀਆਂ ਨੇ, ਠੀਕ ਹੈ, ਥਰਥਰਾਉਂਦੀਆਂ ਨੇ, ਭਾਵ ਕਿ ਕੰਬਣ ਹੁੰਦਾ ਇਹਨਾਂ ਦੇ ਵਿੱਚ, ਜਿਹੜੇ ਆਪਣੇ ਅੰਦਰ ਗਲ ਦੇ ਵਿੱਚ ਜਿਹੜੀ ਕਿ ਨਾਦ ਤੰਤੀਆਂ ਨੇ, ਠੀਕ ਹੈ। ਜਦੋਂ ਸਾਹ ਦੀ ਹਵਾ ਇਹਨਾਂ ਦੇ ਵਿੱਚੋਂ ਨਿਕਲਦੀ ਹੈ ਤਾਂ ਇਹ ਆਪਸ ਦੇ ਵਿੱਚ ਕੰਬਦੀਆਂ ਨੇ, ਠੀਕ ਹੈ। ਇਹਨਾਂ ਦੇ ਵਿੱਚ ਥਰਥਰਾਹਟ ਪੈਦਾ ਹੁੰਦੀ ਹੈ, ਕੰਬਦੀਆਂ ਨੇ, ਤਾਂ ਉਸ ਸਮੇਂ ਕਿਹੜੀ ਧੁਨੀਆਂ ਪੈਦਾ ਹੁੰਦੀਆਂ ਨੇ? ਸੁਘੋਸ਼ ਧੁਨੀਆਂ। ਸੁਘੋਸ਼ ਨੂੰ ਹੀ ਆਪਾਂ ਨਾਦੀ ਧੁਨੀਆਂ ਕਹਿੰਦੇ ਹਾਂ, ਠੀਕ ਹੈ। ਇਹਨਾਂ ਦੇ ਵਿੱਚ ਜਿਹੜੇ ਕਿ ਜਿਵੇਂ ਕੱਕੇ ਵਾਲੀ ਲਾਈਨ ਦਾ 3rd ਅੱਖਰ ਹੈ, ਤੀਜਾ ਅੱਖਰ, ਕੱਕੇ ਵਾਲੀ ਲਾਈਨ ਦੇ ਵਿੱਚੋਂ ਕੱਕਾ, ਖੱਖਾ, ਗੱਗਾ, ਗੱਗਾ ਤੀਜਾ ਆ ਗਿਆ, ਗੱਗਾ, ਠੀਕ ਹੈ। ਫਿਰ ਐਵੇਂ ਹੀ ਭਾਵ ਕਿ ਕੱਕੇ ਵਾਲੀ ਲਾਈਨ ਦੇ ਵਿੱਚੋਂ ਹਰ ਇੱਕ ਕੱਕੇ ਵਾਲੀ ਲਾਈਨ ਦੇ ਵਿੱਚੋਂ, ਚੱਚੇ ਵਾਲੀ ਲਾਈਨ ਦੇ ਵਿੱਚੋਂ, ਟੈਂਕੇ ਵਾਲੀ ਲਾਈਨ ਦੇ ਵਿੱਚੋਂ, ਤੱਤੇ ਵਾਲੀ ਲਾਈਨ ਦੇ ਵਿੱਚੋਂ, ਪੱਪੇ ਵਾਲੀ ਲਾਈਨ ਦੇ ਵਿੱਚੋਂ ਤੀਜਾ ਅੱਖਰ, ਜਿਹੜਾ 3rd ਅੱਖਰ ਹੈਗਾ ਉਹ ਕੀ ਆ? ਸੁਘੋਸ਼ ਆ। ਸੁਘੋਸ਼ ਜਿਹਨੂੰ ਆਪਾਂ ਨਾਦੀ ਵਿਅੰਜਨ ਵੀ ਕਹਿੰਦੇ ਹਾਂ। ਜਿਵੇਂ ਕੱਕੇ ਵਾਲੀ ਦੇ ਤੀਜਾ ਅੱਖਰ ਖੱਖਾ ਆ ਗਿਆ, ਠੀਕ ਹੈ। ਚੱਚੇ ਵਾਲੀ 'ਚ ਚੱਚਾ, ਛੱਛਾ, ਜੱਜਾ ਆ ਗਿਆ, ਠੀਕ ਹੈ। ਫਿਰ ਟੈਂਕੇ ਵਾਲੀ ਲਾਈਨ 'ਚ ਟੈਂਕਾ, ਠੱਠਾ, ਡੱਡਾ ਆ ਗਿਆ। ਫਿਰ ਤੱਤੇ ਵਾਲੀ ਨੂੰ ਤੱਤਾ, ਥੱਤਾ, ਦੱਦਾ ਆ ਗਿਆ। ਪੱਪੇ ਵਾਲੀ ਲਾਈਨ 'ਚ ਪੱਪਾ, ਫੱਫਾ, ਬੱਬਾ ਆ ਗਿਆ। ਇਹ 3rd ਅੱਖਰ ਕੀ ਆ? ਉਹ ਸੁਘੋਸ਼ ਜਾਂ ਨਾਦੀ ਵਿਅੰਜਨ ਨੇ। ਅੱਗੇ ਹੈਗੇ ਨੇ ਅਘੋਸ਼, ਅਘੋਸ਼ ਤੇ ਅਨਾਦੀ ਤੇ ਨਾਦ ਰਹਿਤ। ਉਹ ਆਪਾਂ ਨੇ ਕੀਤਾ ਸੀ ਸੁਘੋਸ਼ ਤੇ ਨਾਦ। ਸੁਘੋਸ਼ ਤੇ ਨਾਦ ਜਦੋਂ ਜਿਹੜੇ ਕਿ ਆਪਣੀ ਨਾਦ ਤੰਤੀਆਂ ਕੰਬਦੀਆਂ ਨੇ, ਠੀਕ ਹੈ, ਉਦੋਂ ਜਿਹੜੇ ਕਿ ਸੁਘੋਸ਼ ਧੁਨੀਆਂ ਪੈਦਾ ਹੁੰਦੀਆਂ ਨੇ। ਹਰ ਇੱਕ ਜਿਹੜੀ ਲਾਈਨ ਦਾ, ਕੱਕੇ ਵਾਲੀ ਲਾਈਨ ਦਾ, ਚੱਚੇ ਵਾਲੀ ਲਾਈਨ ਦਾ ਤੀਜਾ ਅੱਖਰ ਹੁੰਦਾ। ਹੁਣ ਅਘੋਸ਼ ਜਿਨ੍ਹਾਂ ਧੁਨੀਆਂ ਦੇ ਉਚਾਰਨ ਸਮੇਂ ਕੰਬਣੀ ਜਾਂ ਥਰਥਰਾਹਟ ਪੈਦਾ ਨਹੀਂ ਹੁੰਦੀ, ਭਾਵ ਕਿ ਜਿਹੜੀਆਂ ਆਪਣੇ ਗਲ ਦੇ ਵਿੱਚ ਨਾਦ ਤੰਤੀਆਂ ਨੇ, ਠੀਕ ਹੈ, ਨਾਦ ਤੰਤੀਆਂ ਨੇ, ਇਹਨਾਂ ਦੇ ਵਿੱਚ ਆਪਸ ਦੇ ਵਿੱਚ ਕੰਬਣੀ, ਥਰਥਰਾਹਟ ਜਦੋਂ ਨਹੀਂ ਪੈਦਾ ਹੁੰਦੀ ਤਾਂ ਕਿਹੜੀ ਹੁੰਦੀਆਂ ਨੇ? ਅਘੋਸ਼ ਧੁਨੀਆਂ। ਅਘੋਸ਼, ਅਨਾਦੀ, ਜਿਨ੍ਹਾਂ ਨੂੰ ਨਾਦ ਰਹਿਤ ਵਿਅੰਜਨ ਕਹਿੰਦੇ ਨੇ, ਠੀਕ ਹੈ। ਅਗਲਾ ਹੈਗਾ ਮਹਾਪ੍ਰਾਣ ਵਿਅੰਜਨ। ਤੇ ਅਘੋਸ਼ ਧੁਨੀਆਂ ਹੈ ਕਿਹੜੇ ਨੇ? ਅਘੋਸ਼ ਵਿਅੰਜਨ ਹੈ ਕਿਹੜੇ ਨੇ? ਇਹ ਕੱਕੇ ਵਾਲੀ ਲਾਈਨ ਦੇ ਪਹਿਲੇ 2 ਅੱਖਰ ਕੱਕਾ, ਖੱਖਾ, ਚੱਚੇ ਵਾਲੀ ਲਾਈਨ ਦੇ ਪਹਿਲੇ 2 ਅੱਖਰ ਚੱਚਾ, ਛੱਛਾ, ਚੱਚੇ ਤੋਂ ਬਾਅਦ ਆ ਜਿਹੜੇ ਕਿ ਅੱਗੇ ਟੈਂਕੇ ਵਾਲੀ ਲਾਈਨ ਦੇ ਟੈਂਕਾ, ਠੱਠਾ, ਫਿਰ ਤੱਤੇ ਵਾਲੀ ਲਾਈਨ ਦੇ ਤੱਤਾ, ਥੱਥਾ, ਪੱਪੇ ਵਾਲੀ ਲਾਈਨ ਦੇ ਪੱਪਾ, ਫੱਫਾ। ਇਹ ਪਹਿਲੇ 2 ਅੱਖਰ ਕਿਹੜੇ ਨੇ? ਅਘੋਸ਼। ਤੇ ਤੀਜਾ ਅੱਖਰ ਹੈਗਾ ਸੁਘੋਸ਼। ਪਹਿਲੇ 3 ਅੱਖਰ ਅਘੋਸ਼ ਨੇ, ਜਿਹੜੇ ਕਿ ਤੀਜਾ ਅੱਖਰ ਹੈਗਾ ਸੁਘੋਸ਼। ਅੱਗੇ ਹੈਗੇ ਨਾ ਮਹਾਪ੍ਰਾਣ ਵਿਅੰਜਨ, ਜਿਨ੍ਹਾਂ ਦੇ ਉਚਾਰਨ ਸਮੇਂ ਹਵਾ ਮੂੰਹ ਦੇ ਵਿੱਚੋਂ ਫਰਾਟੇ ਦੇ ਵਾਂਗ ਬਾਹਰ ਨਿਕਲਦੀ ਹੈ, ਵੀ ਇੱਕ ਫਰਾਟੇ ਦੀ ਤਰ੍ਹਾਂ ਹਵਾ ਬਾਹਰ ਆਉਂਦੀ ਆ, ਉਸ ਸਮੇਂ ਮਹਾਪ੍ਰਾਣ ਵਿਅੰਜਨ ਹੁੰਦੇ ਨੇ, ਠੀਕ ਹੈ। ਤਾਂ ਮਹਾਪ੍ਰਾਣ ਵਿਅੰਜਨ ਹੈ ਕਿਹੜੇ ਨੇ? ਮਹਾਪ੍ਰਾਣ ਵਿਅੰਜਨ ਹੈਗੇ ਨੇ ਤੁਹਾਡੇ ਕੱਕੇ ਵਾਲੀ ਲਾਈਨ 'ਚੋਂ, ਚੱਚੇ ਵਾਲੀ ਲਾਈਨ 'ਚੋਂ, ਠੀਕ ਹੈ, ਤੱਤੇ ਵਾਲੀ ਲਾਈਨ 'ਚੋਂ, ਪੱਪੇ ਵਾਲੀ ਲਾਈਨ 'ਚੋਂ ਸੈਕਿੰਡ ਅੱਖਰ, ਸੈਕਿੰਡ, ਠੀਕ ਹੈ। 3rd ਕੀਤਾ ਸੀ ਆਪਾਂ ਨੇ ਸੁਘੋਸ਼ ਦੇ ਲਈ, ਠੀਕ ਹੈ। ਅਘੋਸ਼ ਦੇ ਲਈ ਆਪਾਂ ਪਹਿਲੇ 2 ਕੀਤੇ ਸੀ, ਪਹਿਲੇ 2, ਤੇ ਹੁਣ ਸੈਕਿੰਡ ਆ ਜਿਹੜੇ ਕਿ ਮਹਾਪ੍ਰਾਣ ਵਿਅੰਜਨ ਦੇ ਵਿੱਚ ਆਉਂਦਾ। ਜਿਵੇਂ ਕੱਕੇ ਵਾਲੀ ਲਾਈਨ 'ਚੋਂ ਖੱਖਾ, ਠੀਕ ਹੈ, ਤੇ ਚੱਚੇ ਵਾਲੀ ਲਾਈਨ 'ਚੋਂ ਛੱਛਾ, ਟੈਂਕੇ ਵਾਲੀ ਲਾਈਨ ਤੋਂ ਟੈਂਕਾ, ਠੱਠਾ ਦੂਜਾ ਅੱਖਰ, ਤੱਤੇ ਵਾਲੀ ਲਾਈਨ 'ਚੋਂ ਥੱਥਾ ਦੂਜਾ, ਪੱਪੇ ਵਾਲੀ ਲਾਈਨ 'ਚੋਂ ਫੱਫਾ ਦੂਜਾ। ਇਹ ਹੈਗੇ ਨੇ ਮਹਾਪ੍ਰਾਣ। ਅੱਗੇ ਹੈਗੇ ਨੇ ਅਲਪ ਪ੍ਰਾਣ। ਹਾਂਜੀ, ਅਲਪ ਪ੍ਰਾਣ ਜਿਨ੍ਹਾਂ ਧੁਨੀਆਂ ਦੇ ਉਚਾਰਨ ਦੇ ਵਿੱਚ ਸਧਾਰਨ ਮਾਤਰਾ ਵਿੱਚ ਸਾਹ ਜਾਂ ਪ੍ਰਾਣ ਵਰਤਿਆ ਜਾਂਦਾ, ਭਾਵ ਕਿ ਸਧਾਰਨ ਮਾਤਰਾ ਦੇ ਵਿੱਚ ਆਉਂਦਾ। ਉੱਥੇ ਆਪਾਂ ਕਿਹਾ ਸੀ ਵੀ ਫਰਾਟੇਦਾਰ ਬਾਹਰ ਆਉਂਦਾ, ਇੱਥੇ ਸਧਾਰਨ, ਠੀਕ ਹੈ, ਉਹਨੂੰ ਆਪਾਂ ਕੀ ਕਹਾਂਗੇ? ਅਲਪ ਪ੍ਰਾਣ। ਇਹਦੇ ਵਿੱਚ ਪਹਿਲਾ ਤੇ ਤੀਜਾ, ਪਹਿਲਾ ਤੇ ਤੀਜਾ,
ठीक है। पहले तो तीजा अखर आते हैं अल्प प्राण च, जिमें कक्का, उस तो बाद खक्खा तो अगला आप महाप्राण च आ गए, कक्का तो खक्खा महाप्राण च आ गया, फिर गग्गा, फिर एमी चच्चा, फिर जज्जा, ठीक है। टैंका ठट्ठा नहीं, फिर डड्डा, तत्ता फिर थत्था नहीं, फिर दद्दा, भाव कि फस्ट और 3 ये ने अल्प प्राण। हाँ जी, हुण आपां अगे जिहड़े कि उचारण के आधार ते आपां वर्गीकरण करदे हां व्यंजनां दा। जिवें आपां ने उचारण के आधार ते जिहड़े कि स्वर धुनियां दा वर्गीकरण कीता सी 3 आधारां ते, बुੱਲਾਂ की स्थिति के आधार ते जिहड़े कि गोल ते अगोल सी, ते जिहड़े कि जीव की स्थिति के आधार ते अगले स्वर, पिछले स्वर, मूरले स्वर धुनियां, ते जिहड़े कि जीव की उचाई के आधार ते सी उच्चे स्वर, नीवें स्वर, अर्ध नीवें, अर्ध उच्चे, ठीक है। हुण आवें आपां व्यंजन धुनियां करांगे। व्यंजन धुनियां भी 3 टाइप दे 3 प्रकार ने इन्हां दे उचारण के आधार ते। उचारण अंग के आधार ते 2 ने, उचारण स्थान के आधार ते 6 भाग होणगे, उचारण विधि के आधार ते 5 होणगे, ठीक है। पहला आपां उचारण अंग के आधार ते व्यंजनां की वंड करदे हां। ਤੁਹਾਨੂੰ स्टूडेंट ये क्वेश्चन अलग-अलग भी पूछे जा सकते हैं भी उचारण के पक्ष तो व्यंजनां की वंड तो ये 3 हिस्से हो गए, ठीक है। फिर तुहानूं अलग तो पूछा जा सकता कि उचारण स्थान के आधार ते जिहड़े कि व्यंजनां की वंड करो, जां उचारण विधि के आधार ते व्यंजनां की वंड बारे लिखो, ठीक है, जां उचारण अंग के आधार ते व्यंजनां की वंड बारे लिखो। हाँ जी, उचारण अंग के आधार ते फेफड़िਆਂ ਦੇ ਵਿੱਚੋਂ ਹੋ ਕੇ ਆਉਂਦੇ ਸਾਹ ਦੇ ਵਿੱਚ ਜਦੋਂ ਰੁਕਾਵਟ ਪੈਦਾ ਕਰਕੇ ਜਿਹੜੇ ਅੰਗ ਧੁਨੀ ਪੈਦਾ ਕਰਦੇ ਨੇ ਉਹਨਾਂ ਆਪਾਂ ਨੂੰ ਉਚਾਰਨ ਅੰਗ ਕਹਿੰਦੇ ਆ। ਭਾਵ ਕਿ ਉਚਾਰਨ ਅੰਗ ਕਿਹੜੇ ਨੇ, ਉਹ ਅੰਗ ਨੇ ਜਦੋਂ ਆਪਣੇ ਫੇਫੜਿਆਂ ਦੇ ਵਿੱਚੋਂ ਜਿਹੜੇ ਕਿ ਸਾਹ ਆਉਂਦਾ ਉਹਨੂੰ ਰੁਕਾਵਟ ਪੈਦਾ ਕਰਦੇ ਨੇ, ਠੀਕ ਹੈ। ਉਹਨੂੰ ਰੁਕਾਵਟ ਪੈਦਾ ਕਰਕੇ ਉਹ ਸਾਹ ਦੇ ਵਿੱਚ ਧੁਨੀ ਪੈਦਾ ਕਰਦੇ ਨੇ, ਉਹਨਾਂ ਨੂੰ ਆਪਾਂ ਉਚਾਰਨ ਅੰਗ ਕਹਿੰਦੇ ਆ, ਠੀਕ ਹੈ। ਇਹਨਾਂ ਨੂੰ ਆਪਾਂ 2 ਭਾਗਾਂ ਦੇ ਵਿੱਚ ਵੰਡਦੇ ਆ। ਇਹਨਾਂ ਦੇ ਵਿੱਚ ਆਉਂਦੇ ਕਿਹੜੇ-ਕਿਹੜੇ ਨੇ, ਇਹਨਾਂ ਦੇ ਵਿੱਚ ਇਹੀ ਆਉਂਦੇ ਨੇ ਜੀਵ, ਹੇਠਲਾ ਜਵਾੜਾ, ਬੁੱਲ, ਠੀਕ ਹੈ, ਦੰਦ, ਜਵਾੜਾ, ਇਹ ਸਾਰੇ ਚੀਜ਼ਾਂ ਆ ਜਾਂਦੀਆਂ ਨੇ ਉਚਾਰਨ ਅੰਗਾਂ ਦੇ ਵਿੱਚ। ਹਾਂਜੀ, ਉਚਾਰਨ ਅੰਗਾਂ ਨੂੰ ਜਿਹੜੇ ਕਿ ਆਪਾਂ 2 ਹਿੱਸਿਆਂ ਦੇ ਵਿੱਚ ਵੰਡਿਆ ਜਾਂਦਾ। ਉਚਾਰਨ ਅੰਗ ਨੇ ਜਿਹੜੇ ਇੱਕ ਚੁਸਤ ਉਚਾਰਕ ਤੇ ਇੱਕ ਸੁਸਤ ਉਚਾਰਕ। ਚੁਸਤ ਉਚਾਰਨ ਅੰਗ ਉਹ ਹੁੰਦੇ ਨੇ ਜਿਹੜੇ ਕਿ ਧੁਨੀ ਪੈਦਾ ਕਰਨ ਦੇ ਵਿੱਚ ਜਿਹੜੇ ਕਿ ਮੁੱਖ ਹਿੱਸਾ ਲੈਂਦੇ ਨੇ। ਜਿਹੜੇ ਉਚਾਰਕ ਅੰਗ ਸੁਸਤ ਉਚਾਰਕ ਅੰਗਾਂ ਨਾਲ ਛੋਹ ਕੇ ਜਾਂ ਖਹਿ ਕੇ ਵਿਅੰਜਨ ਧੁਨੀਆਂ ਪੈਦਾ ਕਰਦੇ ਨੇ। ਭਾਵ ਕਿ ਜਿਹੜੇ ਉਚਾਰਨ ਅੰਗ ਜਿਹੜੇ ਕਿ ਧੁਨੀਆਂ ਪੈਦਾ ਕਰਦੇ ਨੇ ਉਹਨਾਂ ਨੂੰ ਆਪਾਂ ਚੁਸਤ ਉਚਾਰਨ ਅੰਗ ਕਹਿੰਦੇ ਹਾਂ। ਜਿਵੇਂ ਕਿ ਜੀਭ ਆਪਾਂ ਜਦੋਂ ਉੱਪਰ ਨੀਚੇ ਹੁੰਦੀ ਆ, ਠੀਕ ਹੈ, ਤਾਂ ਆਪਣੇ ਜਿਹੜੇ ਕਿ ਆਪਣੀਆਂ ਧੁਨੀਆਂ ਬਣਦੀਆਂ ਨੇ, ਸਵਰ ਧੁਨੀਆਂ ਉੱਚੀ ਨੀਵੀਂ, ਠੀਕ ਹੈ। ਜਾਂ ਜਦੋਂ ਜੀਭ ਦੀ ਸਥਿਤੀ ਅਗਲਾ ਹਿੱਸਾ ਕੰਮ ਕਰਦਾ ਜਾਂ ਪਿਛਲਾ ਜਾਂ ਵਿਚਕਾਰ ਵਾਲਾ, ਤਾਂ ਜਿਹੜੇ ਕਿ ਸਵਰ ਧੁਨੀਆਂ ਆਪਾਂ ਪੈਦਾ ਕੀਤੀਆਂ ਹੁੰਦੀਆਂ ਸੀ ਜਿਹੜੇ ਕਿ ਅਗਲੀਆਂ ਜਾਂ ਠੀਕ ਹੈ ਪਿਛਲੇ ਮੂਰਲੇ ਜਾਂ ਵਿਚਕਾਰਲੇ, ਐਵੇਂ ਜਿਹੜੇ ਕਿ ਇਹ ਅੰਗ ਜੀਭ ਦੇ ਨਾਲ ਆਪਾਂ ਜਿਹੜੇ ਕਿ ਬਹੁਤ ਜਿਹੜੇ ਕਿ ਪ੍ਰੋਡਿਊਸ ਹੁੰਦੇ ਨੇ ਜਿਹੜੇ ਕਿ ਧੁਨੀਆਂ। ਤੇ ਹੇਠਲੇ ਜਵਾੜੇ ਦੇ ਨਾਲ, ਆਪਣੇ ਹੇਠਲੇ ਜਵਾੜੇ ਦੇ ਨਾਲ ਹੈ ਜਿਹੜੇ ਕਿ ਜੀਭ ਖਹਿ ਕੇ, ਠੀਕ ਹੈ, ਜਿਹੜੇ ਕਿ ਧੁਨੀਆਂ ਪੈਦਾ ਹੁੰਦੀਆਂ ਨੇ। ਤੇ ਬੁੱਲ ਕਦੋਂ ਆਪਣੇ ਗੋਲ ਹੁੰਦੇ ਨੇ, ਕਦੋਂ ਅਗੋਲ ਹੁੰਦੇ ਨੇ, ਤਾਂ ਇਹ ਵੀ ਜਿਹੜੇ ਕਿ ਹਿੱਸਾ ਲੈਂਦੇ ਨੇ, ਤਾਂ ਇਹਨਾਂ ਨੂੰ ਕਿਹਾ ਜਾਂਦਾ ਆਪਾਂ ਚੁਸਤ ਉਚਾਰਕ। ਤੇ ਅੱਗੇ ਹੈਗੇ ਨੇ ਸੁਸਤ ਉਚਾਰਕ, ਜਿਨ੍ਹਾਂ ਜਿਹੜੇ ਕਿ ਸੁਸਤ ਉਚਾਰਕ ਆਪਾਂ ਇਨ ਸ਼ਾਰਟ ਦੇ ਵਿੱਚ ਉਹ ਕਹਿ ਸਕਦੇ ਵੀ ਸੁਸਤ ਉਚਾਰਕ ਜਿਹੜੇ ਧੁਨੀਆਂ ਪੈਦਾ ਨਹੀਂ ਕਰਦੇ, ਠੀਕ ਹੈ। ਜਿਨ੍ਹਾਂ ਅੰਗਾਂ ਦੇ ਨਾਲ ਫੇਫੜਿਆਂ ਦੇ ਵਿੱਚੋਂ ਆਉਂਦੀ ਹਵਾ ਨੂੰ ਰੋਕਿਆ ਜਾਂਦਾ ਹੈ, ਠੀਕ ਹੈ, ਉਹਨਾਂ ਨੂੰ ਸੁਸਤ ਉਚਾਰਕ ਕਿਹਾ ਜਾਂਦਾ। ਭਾਵ ਕਿ ਇਹ ਹਵਾ ਨੂੰ ਰੋਕਦੇ ਨੇ ਬਟ ਉਹਨੂੰ ਅੱਗੇ ਪ੍ਰੋਡਿਊਸ ਨਹੀਂ ਕਰਦੇ। ਸੁਸਤ ਉਚਾਰਕਾਂ ਦੇ ਅੰਤਰਗਤ ਆਮ ਕਰਕੇ ਉਚਾਰਨ ਸਥਾਨ ਦੀ ਗੱਲ ਹੁੰਦੀ ਹੈ, ਠੀਕ ਹੈ। ਤਾਂ ਇਹਨਾਂ ਦੇ ਵਿੱਚ ਭਾਵ ਕਿ ਹਵਾ ਨੂੰ ਤਾਂ ਰੋਕ ਲੈਂਦੇ ਨੇ ਬਟ ਅੱਗੇ ਧੁਨੀ ਪ੍ਰੋਡਿਊਸ ਨਹੀਂ ਕਰਦੇ, ਧੁਨੀ ਪ੍ਰੋਡਿਊਸ ਸੁਸਤ ਉਚਾਰਕ ਕਰਦੇ ਨੇ। ਤਾਂ ਇਹਨਾਂ ਦੇ ਵਿੱਚ ਉੱਪਰਲਾ ਜਵਾੜਾ ਤੇ ਉੱਪਰਲੇ ਦੰਦ। ਸੁਸਤ ਉਚਾਰਕ ਕਿਹੜੇ ਨੇ, ਉੱਪਰਲੇ ਦੰਦ ਆਪਣੇ ਤੇ ਉੱਪਰਲਾ ਜਵਾੜਾ, ਇਹ ਹੈਗੇ ਨੇ ਸੁਸਤ ਉਚਾਰਕ। ਚੁਸਤ ਹੈਗੇ ਨੇ ਜੀਭ ਤੇ ਹੇਠਲਾ ਜਵਾੜਾ ਤੇ ਬੁੱਲ। ਤੇ ਇਹਨਾਂ ਦੇ ਵਰਗੀਕਰਨ ਵਾਲੇ ਤੁਸੀਂ ਐਵੇਂ ਜਿਹੜੇ ਕਿ ਚਾਰਟ ਵੀ ਬਣਾ ਸਕਦੇ ਹੋ ਐਵੇਂ। ਉਚਾਰਨ ਸਥਾਨ ਕਿਹੜੇ-ਕਿਹੜੇ ਨੇ, ਠੀਕ ਹੈ। ਉਚਾਰਨ ਸਥਾਨ ਦੇ ਆਧਾਰ ਤੇ ਵਰਗੀਕਰਨ ਆ ਗਿਆ ਤੇ ਉਚਾਰਨ ਵਿਧੀ ਦੇ ਆਧਾਰ ਤੇ ਵਰਗੀਕਰਨ। ਤੁਸੀਂ ਐਗਜ਼ਾਮ ਦੇ ਵਿੱਚ ਵੀ ਐਵੇਂ ਦੇ ਸਕਦੇ ਹੋ ਤਾਂ ਵਧੀਆ ਲੱਗਦਾ, ਠੀਕ ਹੈ। ਕੰਬਵਾ ਹੈਗਾ ਰਾ ਅੱਖਰ। ਤਾਂ ਆਪਾਂ ਨੇ ਦੇਖਿਆ ਕਿ ਉਚਾਰਨ ਸਥਾਨ ਦੇ ਆਧਾਰ ਤੇ ਜਿਹੜੇ ਕਿ 6 ਤਰੀਕੇ ਦੇ ਵਰਗੀਕਰਨ ਆਪਾਂ ਇਹ ਕਰਦੇ ਹਾਂ ਵੀ 2 ਹੋਠੀ ਕਿਹੜੇ ਨੇ, ਦੰਤੀ ਕਿਹੜੇ ਨੇ, ਉਲਟ ਜੀਭੀ ਕਿਹੜੇ ਵਿਅੰਜਨ ਨੇ, ਤਾਲਵੀ ਵਿਅੰਜਨ ਕਿਹੜੇ ਨੇ, ਕੰਠੀ ਕਿਹੜੇ ਨੇ, ਸੁਰਜੰਤਰੀ ਕਿਹੜਾ। ਹਾਂਜੀ, ਉਚਾਰਨ ਸਥਾਨ ਦੇ ਆਧਾਰ ਤੇ ਜਿਹੜੇ ਕਿ ਵਰਗੀਕਰਨ 6 ਸ਼੍ਰੇਣੀ ਦੇ ਵਿੱਚ ਵੰਡਿਆ ਜਾਂਦਾ। ਇਹਦੇ ਵਿੱਚ ਆਉਣਗੇ ਕੰਠੀ, ਤਾਲਵੀ, ਮੁਰਦਨੀ ਭਾਵ ਕਿ ਉਲਟ ਜੀਭੀ, ਦੰਤੀ, ਹੋਠੀ, ਸੁਰਜੰਤਰੀ। ਹਾਂਜੀ, ਕੰਠੀ ਕਿਹੜੀਆਂ ਧੁਨੀਆਂ ਹੁੰਦੀਆਂ ਨੇ, ਕੰਠੀ ਦੇ ਵਿੱਚ ਕੱਕਾ, ਖੱਖਾ, ਗੱਗਾ, ਇਹੀਆਂ, ਠੀਕ ਹੈ, ਇਹ ਧੁਨੀਆਂ ਹੁੰਦੀਆਂ ਨੇ। ਇਹਨਾਂ ਦੇ ਵਿੱਚ ਜਦੋਂ ਇਹਨਾਂ ਦਾ ਉਚਾਰਨ ਹੁੰਦਾ ਹੈ, ਇਹਨਾਂ ਧੁਨੀਆਂ ਦਾ
ਕਿਵੇਂ ਉਚਾਰਨ ਹੁੰਦਾ ਜਦੋਂ ਆਪਾਂ ਮੂੰਹ ਦੇ ਵਿੱਚੋਂ ਬੋਲਦੇ ਹਾਂ, ਠੀਕ ਹੈ, ਉਚਾਰਨ ਕਰਦੇ ਹਾਂ, ਤਾਂ ਉਚਾਰਨ ਵੇਲੇ ਜਿਹੜੇ ਕਿ ਆਪਣਾ ਜੀਭ ਦਾ ਪਿਛਲਾ ਪਾਸਾ ਹੈ ਉਹ ਆਪਣੇ ਕੋਮਲ ਤਾਲੂ ਨਾਲ ਸਪਰਸ਼ ਕਰਦਾ, ਭਾਵ ਕਿ ਉਹਨੂੰ ਕੋਮਲ ਤਾਲੂ ਨੂੰ ਟੱਚ ਕਰਦਾ ਆਪਣਾ ਜੀਭ ਦਾ ਪਿਛਲਾ ਪਾਸਾ। ਤਾਂ ਹਵਾ ਰੁਕਦੀ ਆ, ਤਾਂ ਉਹਦੇ ਨਾਲ ਕਿਹੜੀ ਧੁਨੀਆਂ ਪੈਦਾ ਹੁੰਦੀਆਂ ਨੇ? ਕੰਠੀ, ਜਿਹਦੇ ਵਿੱਚੋਂ ਕੰਠੀ ਦੇ ਵਿੱਚੋਂ ਕੱਕੇ ਵਾਲੀ ਲਾਈਨ ਹੀ ਕੰਠੀ ਆ। ਕੱਕੇ ਤੋਂ ਕੰਠੀ ਯਾਦ ਰਹਿ ਜੂਗਾ। ਕੱਕਾ, ਖੱਖਾ, ਗੱਗਾ, ਘੱਗਾ ਨਹੀਂ ਹੈਗਾ ਅੱਗੇ, ਠੀਕ ਹੈ। ਅੱਗੇ ਅੰਕਾਂ ਵੀ ਬੋਲ ਦਿੰਦੇ ਨੇ ਇਹਨੂੰ, ਠੀਕ ਹੈ, ਇਹ ਵਾਲੀ ਆ। ਹਾਂਜੀ, ਤਾਲਵੀ ਧੁਨੀਆਂ ਉਹ ਹੁੰਦੀਆਂ ਨੇ ਜਿਨ੍ਹਾਂ ਦੇ ਉਚਾਰਨ ਸਮੇਂ ਜਿਹੜੀ ਸਾਹ ਦੀ ਹਵਾ ਉਹਨਾਂ ਨੂੰ ਆਪਣਾ ਦੰਦ ਪਠਾਰ ਕੀ ਹੋ ਗਿਆ? ਆਪਣੇ ਜਿਹੜੇ ਕਿ ਦੰਦਾਂ ਦੇ ਜਿਹੜੇ ਆਪਣੇ ਬੁੱਟ ਨੇ, ਦੰਦਾਂ ਦੇ ਬੁੱਟ, ਠੀਕ ਹੈ, ਦੰਦਾਂ ਦੇ ਬੁੱਟ ਤੋਂ ਸਖਤ ਤਾਲੂ ਤੇ ਸਖਤ, ਜਿਵੇਂ ਆਹ ਦੰਦਾਂ ਦੇ ਬੁੱਟ ਨੇ, ਇੱਥੇ ਸਖਤ ਤਾਲੂ ਹੈ, ਠੀਕ ਹੈ। ਇਹਨਾਂ ਦੇ ਦਰਮਿਆਨ ਜਿਹੜਾ ਜੀਭ ਦਾ ਬਲੇਡ ਆ ਉਹਦੇ ਰਾਹੀਂ ਜਦੋਂ ਜਿਹੜੇ ਕਿ ਹਵਾ ਨੂੰ ਰੋਕਿਆ ਜਾਂਦਾ, ਵੀ ਇੱਧਰੋਂ ਹਵਾ ਆ ਰਹੀ ਹੈ, ਠੀਕ ਹੈ, ਇੱਧਰੋਂ ਦੰਦ ਦਾ ਬੁੱਟਾ, ਇੱਧਰੋਂ ਆਪਣੀ ਜਿਹੜੇ ਕਿ ਸਖਤ ਤਾਲੂ ਹੈ, ਇੱਥੇ ਜਿਹੜੇ ਕਿ ਜੀਭ ਦੇ ਮੱਧ ਦੇ ਵਿੱਚ ਇਹਨਾਂ ਨੂੰ ਜਿਹੜੀ ਸਾਹ ਤੋਂ ਆਉਂਦੀ ਹਵਾ ਉਹਨੂੰ ਰੋਕਿਆ ਜਾਂਦਾ, ਤਾਂ ਉਸ ਸਮੇਂ ਤਾਲਵੀ ਜਿਹੜੇ ਕਿ ਧੁਨੀਆਂ ਪੈਦਾ ਹੁੰਦੀਆਂ ਨੇ, ਜਿਵੇਂ ਕਿ ਇਹਦੇ ਵਿੱਚ ਚੱਚਾ, ਛੱਛਾ, ਜੱਜਾ, ਸੱਸੇ ਪੈਰ ਬਿੰਦੀ, ਠੀਕ ਹੈ, ਛੱਛਾ। ਇਹ ਭਾਵ ਕਿ ਤੁਸੀਂ ਇਹਨਾਂ ਨੂੰ ਚੱਚੇ ਵਾਲੀ ਲਾਈਨ ਹੈ ਜਿਹੜੀ ਕਿ ਤਾਲਵੀ, ਯਾਦ ਰੱਖਣਾ ਕਿ ਤਾਲਵੀ ਚੱਚੇ ਵਾਲੀ ਲਾਈਨ ਹੈਗੀ ਆ ਤੇ ਕੰਠੀ ਕੱਕੇ ਵਾਲੀ ਲਾਈਨ ਆ। ਅੱਗੇ ਹੈਗਾ ਮੁਰਦਨੀ ਭਾਵ ਕਿ ਉਲਟ ਜੀਵੀ। ਹਾਂਜੀ, ਉਲਟ ਜੀਵੀ ਵਿਅੰਜਨ ਉਹ ਹੁੰਦੇ ਨੇ ਜਦੋਂ ਜਿਨ੍ਹਾਂ ਦੇ ਉਚਾਰਨ ਵੇਲੇ ਸਾਹ ਦੀ ਹਵਾ ਨੂੰ ਜਿਹੜੀ ਕਿ ਜੀਭ ਦੀ ਨੋਕ ਪੁੱਠੇ ਪਾਸਿਓਂ ਸਖਤ ਤਾਲੂ ਨਾਲ, ਜਿਵੇਂ ਕਿ ਆਪਣਾ ਆਹ ਸਖਤ ਤਾਲੂ ਹੈ, ਠੀਕ ਹੈ, ਆਹ ਆਪਣੀ ਜੀਭ ਹੈ, ਆਪਣੀ ਜੀਭ ਜਦੋਂ ਆਪਾਂ ਟੈਂਕਾ ਠੱਠਾ ਇਹ ਬੋਲਦੇ ਤਾਂ ਆਪਣੀ ਜੀਭ ਐ ਉਲਟ ਹੋ ਜਾਂਦੀ ਹੈ, ਤਾਂ ਇਹਦੇ ਨਾਲ ਜਿਹੜੇ ਕਿ ਇਹਦੇ ਨਾਲ ਜੁੜ ਕੇ ਜਿਹੜੇ ਕਿ ਹਵਾ ਨੂੰ ਇੱਥੋਂ ਜਿਹੜੀ ਹਵਾ ਆ ਰਹੀ ਉਹਨੂੰ ਰੋਕਦੀ ਹੈ, ਠੀਕ ਹੈ। ਤਾਂ ਉਸ ਸਮੇਂ ਕਿਹੜੀ ਧੁਨੀ ਪੈਦਾ ਹੁੰਦੀ ਹੈ? ਉਲਟ ਜੀਵੀ ਭਾਵ ਕਿ ਮੁਰਦਨੀ, ਠੀਕ ਹੈ। ਉਲਟ ਜੀਵੀ ਤੇ ਮੁਰਦਨੀ ਇੱਕੋ ਗੱਲ ਹੈ, ਠੀਕ ਹੈ। ਜਦੋਂ ਭਾਵ ਕਿ ਆਪਣੀ ਜੀਭ ਇਨ ਸ਼ਾਰਟ ਦੇ ਵਿੱਚ ਇਹ ਕਹਿ ਸਕਦੇ ਵੀ ਜਦੋਂ ਆਪਣੀ ਜੀਭ ਉਲਟ ਜਾਂਦੀ ਹੈ, ਠੀਕ ਹੈ। ਜਿਵੇਂ ਤੁਸੀਂ ਬੋਲਦੇ ਹੋ, ਬੋਲ ਕੇ ਦੇਖੋ, ਟੈਂਕਾ ਠੱਠਾ ਡੱਡਾ, ਠੀਕ ਹੈ, ਟੈਂਕਾ ਠੱਠਾ ਡੱਡਾ, ਨਾਣਾ, ਰਾੜਾ, ਲੱਲੇ ਪੈਰ ਬਿੰਦੀ, ਠੀਕ ਹੈ, ਲ, ਤਾਂ ਆਪਣੀ ਜੀਭ ਜਿਹੜੀ ਕਿ ਉਲਟੀ ਹੋ ਜਾਂਦੀ, ਤੇ ਕਿਹੜੀ ਨੇ? ਮੁਰਦਨੀ ਨੇ, ਉਲਟ ਜੀਵੀ। ਅੱਗੇ ਹੈਗਾ ਦੰਤੀ ਵਿਅੰਜਨ ਉਹ ਨੇ ਜਿਨ੍ਹਾਂ ਦੇ ਉਚਾਰਨ ਵੇਲੇ ਸਾਹ ਦੀ ਹਵਾ ਨੂੰ ਜੀਭ ਦੀ ਨੋਕ ਦੁਆਰਾ ਉੱਪਰਲੇ ਦੰਦਾਂ ਦੇ ਪਿਛਲੇ ਪਾਸੇ, ਜਿਵੇਂ ਕਿ ਆਹ ਆਪਣਾ ਜਿਹੜੇ ਕਿ ਜਵਾੜਾ, ਠੀਕ ਹੈ, ਆਹ ਆਪਣੇ ਉੱਪਰਲੇ ਦੰਦ ਨੇ, ਜਿਹੜੀ ਆਹ ਜੀਭ ਹੈ, ਠੀਕ ਹੈ, ਜੀਭ ਦੀ ਨੋਕ ਆ ਜਿਹੜੀ ਕਿ ਉੱਪਰਲੇ ਦੰਦਾਂ ਨਾਲ ਛੋਹ ਕੇ ਜਿਹੜੀ ਕਿ ਇੱਧਰੋਂ ਆਉਂਦੀ ਹੈ ਹਵਾ ਉਹਨੂੰ ਰੋਕ ਲੈਂਦੀ ਹੈ, ਠੀਕ ਹੈ। ਉਹ ਭਾਵ ਕਿ ਇਨ ਸ਼ਾਰਟ ਦੇ ਵਿੱਚ ਜਦੋਂ ਤੁਹਾਡੀ ਜੀਭ ਆ ਜਿਹੜੀ ਕਿ ਜੀਭ ਦੀ ਨੋਕ ਉੱਪਰਲੇ ਦੰਦਾਂ ਦੇ ਪਿਛਲੇ ਪਾਸੇ ਨੂੰ ਜਿਹੜੀ ਕਿ ਛੋਹ ਕੇ ਜਿਹੜੇ ਕਿ ਵਿਅੰਜਨ ਧੁਨੀਆਂ ਪੈਦਾ ਹੁੰਦੀਆਂ ਨੇ ਉਹਨਾਂ ਨੂੰ ਆਪਾਂ ਕਹਿੰਦੇ ਹਾਂ ਦੰਤੀ। ਜਿਵੇਂ ਕਿ ਇਹਦੇ ਵਿੱਚ ਤੱਤਾ, ਤੁਸੀਂ ਬੋਲ ਕੇ ਦੇਖੋ, ਤੁਹਾਡੇ ਜੇ ਤੁਸੀਂ ਬੋਲੋਗੇ ਨਾ ਤੁਹਾਡੀ ਜੀਭ ਦੀ ਜਿਹੜੀ ਨੋਕ ਆ ਅੰਦਰਲੇ ਜਿਹੜੇ ਤੁਹਾਡੇ ਉੱਪਰਲੇ ਦੰਦ ਨੇ ਉਹਨਾਂ ਦੇ ਅੰਦਰਲੇ ਪਾਸੇ ਜਿਹੜੇ ਕਿ ਛੂਹੂਗੀ। ਤੱਤਾ, ਥੱਥਾ, ਦੱਦਾ, ਨੰਨਾ, ਰਾਰਾ, ਲੱਲਾ, ਸੱਸਾ, ਠੀਕ ਹੈ, ਇਹਨੇ ਦੰਤੀ। ਜਿੰਨਾ ਬੋਲ ਕੇ ਦੇਖੋਗੇ ਉਹਨਾਂ ਤੁਹਾਨੂੰ ਪਤਾ ਲੱਗੂਗਾ। ਇਹਦੇ ਵਿੱਚ ਤੁਸੀਂ ਨਾ ਕਰੋ, ਇਹਨਾਂ ਦੇ ਵਿੱਚ ਤੱਤਾ, ਥੱਥਾ, ਦੱਦਾ ਸ਼ੁੱਧ ਦੰਤੀ ਨੇ, ਨੰਨਾ, ਰਾਰਾ, ਲੱਲਾ, ਸੱਸਾ ਉਚਾਰਨ ਦੰਤੀ ਪਠਾਰਾ, ਠੀਕ ਹੈ, ਰਹਿਣ ਦਿਓ ਇਹਨਾਂ ਨੂੰ। ਅੱਗੇ ਹੈਗੇ ਨੇ ਹੋਠੀ, ਜਿਨ੍ਹਾਂ ਨੂੰ ਆਪਾਂ ਦੋ ਹੋਠੀ ਵੀ ਕਹਿੰਦੇ ਹਾਂ, ਦੋ ਹੋਠੀ ਵੀ ਕਿਹਾ ਜਾਂਦਾ। ਇਹਨਾਂ ਦੇ ਵੇਲੇ ਜਿਹੜੇ ਕਿ ਆਪਣੇ ਬੁੱਲਾਂ ਦੁਆਰਾ ਰੋਕ ਕੇ ਛੱਡੇ ਜਾਂਦੇ, ਜਿਹੜੀ ਆਪਣੀ ਹਵਾ ਮੂੰਹ ਦੇ ਵਿੱਚੋਂ ਜਿਹੜੀ ਹਵਾ ਆਉਂਦੀ ਹੈ, ਜਿਹੜੇ ਆਪਣੇ ਜਿਹੜੇ ਕਿ ਉੱਪਰਲਾ ਬੁੱਲਾ ਨਿਚਲਾ ਬੁੱਲਾ, ਇਹਨਾਂ ਦੋਨਾਂ ਦੁਆਰਾ ਜਿਹੜੀ ਕਿ ਬੁੱਲਾਂ ਦੁਆਰਾ ਜਿਹੜੀ ਆਉਂਦੀ ਹਵਾ ਨੂੰ ਰੋਕ ਲਿਆ ਜਾਂਦਾ, ਠੀਕ ਹੈ। ਆਪਣੇ ਦੋਨੇ ਬੁੱਲਾਂ ਦੇ ਉਚਾਰਨ ਨਾਲ ਜਿਹੜੀ ਕਿ ਧੁਨੀਆਂ ਪੈਦਾ ਹੁੰਦੀਆਂ ਨੇ ਹਵਾ ਨੂੰ ਰੋਕ ਕੇ, ਉਹਨੂੰ ਕਹਿੰਦੇ ਨੇ ਹੋਠੀ। ਜਿਵੇਂ ਤੁਸੀਂ ਬੋਲ ਕੇ ਦੇਖੋ, ਆਪਣੇ ਦੋਨੇ ਹੋਠ ਆ ਜਿਹੜੇ ਕਿ ਇੱਕੋ ਦਮ ਮਿਚ ਕੇ ਆਪਣੇ ਸ਼ਬਦਾਂ ਨੂੰ ਛੱਡਦੇ ਨੇ। ਪੱਪਾ ਦੇਖੋ, ਜੇ ਤੁਸੀਂ ਪੱਪਾ ਬੋਲਿਆ ਤਾਂ ਤੁਹਾਡੇ ਜਿਹੜੇ ਕਿ ਬੁੱਲ ਉੱਪਰਲਾ ਨਿਚਲਾ ਆਪਸ 'ਚ ਟੱਚ ਹੋਏ, ਠੀਕ ਹੈ, ਫਿਰ ਤੁਸੀਂ ਮਤਲਬ ਕਿ ਮੂੰਹ ਖੋਲ੍ਹਿਆ ਤਾਂ ਉਸ ਸਮੇਂ ਧੁਨੀ ਪੈਦਾ ਹੁੰਦੀ ਹੈ ਜਿਹੜੀ ਕਿ ਉਹ ਹੁੰਦੇ ਨੇ ਹੋਠੀ। ਪੱਪਾ, ਫੱਫਾ, ਬੱਬਾ, ਮੰਮਾ, ਫੱਫੇ ਪੈਰ ਬਿੰਦੀ ਨਾਲ ਫ ਬੋਲਾਂਗੇ, ਠੀਕ ਹੈ, ਤਾਂ ਉਹ ਕਿਹੜੇ ਨੇ? ਹੋਠੀ। ਜਿੰਨਾ ਬੋਲ ਕੇ ਦੇਖੋਗੇ ਉਹਨਾਂ ਤੁਹਾਨੂੰ ਸਮਝ ਲੱਗੂਗਾ। ਅੱਗੇ ਹੈਗਾ ਸੁਰਜੰਤਰੀ ਜਾਂ ਘੰਡੀ, ਜਿਹਨੂੰ ਗਲੋਟਲ ਵੀ ਕਹਿੰਦੇ ਨੇ। ਹਾਹਾ, ਇਹਦੇ ਵਿੱਚ ਹਾਹਾ ਜਿਹੜੇ ਕਿ ਉਚਾਰਨ ਸਥਾਨ ਸੰਘ ਦੇ ਵਿੱਚ ਸਾਹ ਨਾਲੀ ਦੇ ਉਤਲੇ ਸਿਰੇ ਦਾ ਜਿਹੜੇ ਕਿ ਮੂੰਹ ਹੈ, ਉਚਾਰਨ ਸਥਾਨ ਸੰਘ ਭਾਵ ਕੀ ਹੈ? ਆਪਣੀ ਸਾਹ ਨਾਲੀ ਦੇ ਜਿਹੜੇ ਕਿ ਉਤਲੇ ਸਿਰੇ ਦਾ ਮੂੰਹ ਨੂੰ ਆਪਾਂ ਨੂੰ ਸੰਘ ਕਹਿੰਦੇ ਆ। ਇਹਨੂੰ ਕੰਠ ਦੁਆਰਾ ਜਾਂ ਘੰਡੀ ਦਾ ਮੂੰਹ ਵੀ ਕਿਹਾ ਜਾਂਦਾ। ਜਿਹੜਾ ਸੁਰਜੰਤਰੀ ਹਾਹਾ ਹੈ, ਇਹਦੇ ਉਚਾਰਨ ਵੇਲੇ ਸਾਹ ਦੀ ਹਵਾ ਰੁਕਦੀ ਨਹੀਂ, ਪਰ ਸਾਹ ਦਾ ਜਿਹੜੇ ਕਿ ਪ੍ਰਵਾਹ ਵੀ ਕਾਇਮ ਨਹੀਂ ਰਹਿੰਦਾ, ਭਾਵੇਂ ਨਾ ਸਾਹ ਰੁਕਦਾ, ਨਾ ਜਿਹੜੇ ਕਿ ਸਾਹ ਦਾ ਪ੍ਰਵਾਹ ਜਿਹੜੇ ਕਿ ਕਾਇਮ ਰਹਿੰਦਾ। ਅਸਲ ਦੇ ਵਿੱਚ ਜਦੋਂ ਇਹ ਧੁਨੀ ਆਪਾਂ ਹਾਹਾ ਉਚਾਰਦੇ ਹਾਂ ਤਾਂ ਉਚਾਰਨ ਵੇਲੇ ਜਿਹੜੇ ਕਿ ਗਲੇ ਵਿੱਚ ਵਿਚਲੀ ਥਾਂ ਸੋੜੀ ਹੋ ਜਾਂਦੀ, ਭਾਵ ਕਿ ਘਟ ਜਾਂਦੀ ਹੈ, ਗਲੇ ਵਿਚਲੀ ਥਾਂ ਜਿਹੜੀ ਕਿ ਉਹ ਘਟ ਜਾਂਦੀ ਹੈ, ਐਂ ਸੁੰਗੜ ਜਾਂਦੀ ਹੈ, ਠੀਕ ਹੈ।
ठीक है, घट जाती है, सोड़ी हो जाती है, उन्होंने आप कहने सुरजंतरी। सुरजंतरी घंडी जां गलोटल किहड़ा हाहा, हाहा, इनू तुसीं बोल के देखो हाहा। अगला अपना करांगे उचारण विधि जां ढंग दे आधार ते वर्गीकरण। उचारण विधि जां उचारण ढंग दे आधार ते फिर आपां नूं सारे नूं एक चार्ट ते दर्शावांगे। हाँ जी, उचारण विधि जां उचारण ढंग दे आधार ते जिहड़े कि सब तो पहला होंदे ने अडकमे व्यंजन ते डकमे व्यंजन। अडकमे ते डकमे आपां हुणी कर चुके हैं, है ना, ठीक है, तुसीं इहनूं ऐड कर लेना। अडकमे व्यंजन ते डकमे व्यंजन ये आपां ने हुणी कीते ही क्वेश्चन ये। ਤਾਂ ਡਕਵੇਂ ਡਕਵੇਂ व्यंजन तो अगला पॉइंट हाँ जी अगे है नासकी व्यंजन, जिन्हां ਧੁਨੀਆਂ ਦੇ ਉਚਾਰਨ ਵੇਲੇ ਸਾਹ ਦੀ ਹਵਾ ਨੱਕ ਪੋੜ ਰਾਹੀਂ ਬਾਹਰ ਨਿਕਲਦੀ ਹੈ। ਭਾਵ ਕਿ ਜਿਨ੍ਹਾਂ ਧੁਨੀਆਂ ਨੂੰ ਆਪਾਂ ਨੱਕ ਦੇ ਰਾਹੀਂ ਉਚਾਰਦੇ, ਨੱਕ ਰਾਹੀਂ ਹਵਾ ਬਾਹਰ ਆਉਂਦੀ ਹੈ, ਆਪਣੇ ਮੂੰਹ ਰਾਹੀਂ ਨਹੀਂ, ਉਹਨੂੰ ਆਪਾਂ ਨਾਸਕੀ व्यंजन ਕਹਿੰਦੇ ਆ। ਪੰਜਾਬੀ ਦੇ ਵਿੱਚ 5 ਨਾਸਕੀ व्यंजन ਨੇ, ਠੀਕ ਆ, 5, ਤੇ ਇਹਨਾਂ ਦੇ ਵਿੱਚੋਂ 5 ਨਾਸਕੀ व्यंजन ਕਿਹੜੇ ਨੇ, ਬਾਕੀ ਮੌਖਿਕ ਭਾਵ ਕਿ 5 ਨਾਸਕੀ ਨੇ, ਨੱਕ ਰਾਹੀਂ ਆਵਾਜ਼ ਆਉਂਦੀ ਹੈ, ਬਾਕੀ ਮੂੰਹ ਦੇ ਰਾਹੀਂ ਆਉਂਦੀ ਹੈ। ਤਾਂ ਇਹ ਕੱਕੇ ਵਾਲੀ ਲਾਈਨ ਦੇ ਵਿੱਚੋਂ ਲਾਸਟ ਵਾਲਾ, ਠੀਕ ਹੈ, ਲਾਸਟ ਵਾਲਾ ਅੱਖਰ ਹੈਗਾ ਪੰਜਵਾਂ, ਤੇ ਚੱਚੇ ਵਾਲੀ ਲਾਈਨ ਚੋਂ ਵੀ ਲਾਸਟ ਵਾਲਾ ਪੰਜਵਾਂ ਅੱਖਰ, ਟੈਂਕੇ ਵਾਲੀ ਲਾਈਨ ਚੋਂ ਵੀ ਲਾਸਟ ਵਾਲਾ ਪੰਜਵਾਂ ਅੱਖਰ, ਤੱਤੇ ਵਾਲੀ ਲਾਈਨ ਚੋਂ ਵੀ ਲਾਸਟ ਵਾਲਾ ਅੱਖਰ, ਠੀਕ ਹੈ, ਪੱਪੇ ਵਾਲੀ ਚੋਂ ਵੀ ਲਾਸਟ ਵਾਲਾ ਅੱਖਰ। ਇਹ 5 ਨਾਸਕੀ व्यंजन ਨੇ। ਤੇ ਇਹ ਹੈਗੇ ਨੇ ਮੰਮਾ ਨਾਣਾ ਨਾਣਾ, ਮੰਮਾ ਨੰਨਾ ਨਾਣਾ, ਠੀਕ ਹੈ, ਮੰਮਾ ਨੰਨਾ ਨਾਣਾ, ਅੰਕਾ ਅਈਆਂ, ਠੀਕ ਹੈ, ਇਹ ਨੇ 5 ਨਾਸਕੀ। ਅੱਗੇ ਹੈਗਾ ਪਾਸੇਦਾਰ व्यंजन। ਇਹਨਾਂ ਦੇ ਵਿੱਚ ਪੰਜਾਬੀ ਵਿੱਚ ਲੱਲਾ ਤੇ ਲੱਲੇ ਪੈਰ ਬਿੰਦੀ ਲ ਲ ਲ ਲ 2 ਪਾਸੇਦਾਰ व्यंजन ਨੇ, ਜਿਨ੍ਹਾਂ ਧੁਨੀਆਂ ਦੇ ਉਚਾਰਨ ਸਮੇਂ ਜੀਭ ਦੀ ਨੋਕ ਦੰਤ ਪਠਾਰ ਨਾਲ ਸਪਰਸ਼ ਕਰਕੇ ਹਵਾ ਨੂੰ ਰੋਕਦੀ ਹੈ। ਭਾਵ ਕਿ ਆਪਣੀ ਜੀਭ ਆ ਜਿਹੜੀ ਕਿ ਦੰਤ ਪਠਾਰ ਨੇ, ਆਪਣੇ ਦੰਦਾਂ ਦੇ ਜਿਹੜੇ ਬੁੱਟ ਨੇ, ਉਹਨਾਂ ਨਾਲ ਛੂਹ ਕੇ ਉਹਨਾਂ ਨੂੰ ਟੱਚ ਕਰਕੇ ਹਵਾ ਨੂੰ ਰੋਕਦੀ ਹੈ। ਪਰ ਇਹ ਜੀਭ ਹਵਾ ਜੀਭ ਦੇ ਦੋਨਾਂ ਪਾਸਿਆਂ ਦੇ ਵਿੱਚੋਂ ਬਾਹਰ ਨਿਕਲ ਜਾਂਦੀ ਹੈ। ਭਾਵ ਕਿ ਜਦੋਂ ਆਪਾਂ ਤੁਸੀਂ ਬੋਲ ਕੇ ਦੇਖੋ ਲੱਲਾ, ਤੁਹਾਡੀ ਜਿਹੜੀ ਜੀਭ ਆ ਉਹ ਤਾਂ ਤੁਹਾਡੇ ਦੰਦਾਂ ਦਾ ਜਿਹੜਾ ਪਠਾਰ ਹੈ, ਦੰਦ ਪਠਾਰਾ, ਦੰਦਾਂ ਦੇ ਬੁੱਟ ਨੇ, ਉਹਨਾਂ ਨਾਲ ਛੋ ਰਹੀ ਹੈ, ਠੀਕ ਹੈ, ਬਟ ਹਵਾ ਜਿਹੜੀ ਕਿ ਐ ਸਾਈਡ ਦੇ ਵਿੱਚੋਂ ਨਿਕਲ ਜਾਂਦੀ ਹੈ। ਤਾਂ ਉਹ ਕਿਹੜੀ ਹੋ ਜਾਣਗੇ, ਉਹ ਹੋਣਗੇ ਤੁਹਾਡੇ ਜਿਹੜੇ ਕਿ ਆਪਣੇ ਵਿਅੰਜਨ ਨੇ ਉਹ ਪਾਰਸ਼ਵਿਕ। ਲੱਲਾ ਲੱਲ ਲੱਲਾ ਲ, ਐਵੇਂ ਬੋਲ ਕੇ ਦੇਖਿਓ। ਅੱਗੇ ਹੈਗਾ ਕੰਬਵਾ। ਕੰਬਵਾ व्यंजन ਪੰਜਾਬੀ ਦੇ ਵਿੱਚ ਰਾਰਾ ਕੰਬਵਾ ਧੁਨੀ ਹੈ, ਤੇ ਜਿਨ੍ਹਾਂ ਦੇ ਉਚਾਰਨ ਵੇਲੇ ਜੀਭ ਦੇ ਵਿੱਚ ਕੰਬਾ ਪੈਦਾ ਹੁੰਦਾ ਰ। ਜਦੋਂ ਤੁਸੀਂ ਰਾਰਾ ਬੋਲਦੇ ਹੋ ਨਾ ਰ, ਤਾਂ ਤੁਹਾਡੀ ਜੀਭ ਆ ਜਿਹੜੀ ਕਿ ਉਹ ਕੰਬਦੀ ਹੈ, ਠੀਕ ਹੈ, ਜੀਭ ਬਾਰ-ਬਾਰ ਬੁੱਟਾਂ ਨੂੰ ਛੂੰਹਦੀ ਹੈ ਰ, ਤਾਂ ਉੱਥੇ ਹੋਊਗਾ ਕੰਬਵਾ। ਫਟਕਮਾ ਪੰਜਾਬੀ ਦੇ ਵਿੱਚ ਰਾੜਾ ਫਟਕਮਾ व्यंजन ਹੈ। ਇਸ ਧੁਨੀ ਦੇ ਉਚਾਰਨ ਵੇਲੇ ਜੀਭ ਤਾਲੂ ਨਾਲ ਛੂਹ ਕੇ ਫਟਕਵੇਂ ਨਾਲ ਹੇਠਾਂ ਮੁੜਦੀ ਹੈ, ਭਾਵ ਕਿ ਐਵੇਂ ਇੱਕੋ ਦਮ ਨੀਚੇ ਉੱਠਦੀ ਹੈ, ਤਾਂ ਉਹ ਫਟਕਮਾ। ਰਾੜਾ ਰਾੜਾ, ਠੀਕ ਹੈ, ਤੁਸੀਂ ਐਵੇਂ ਬੋਲ ਕੇ ਦੇਖੋ, ਇੱਕੋ ਦਮ ਹੈ ਜਿਹੜੀ ਕਿ ਫਟਕ ਕੇ ਬਾਹਰ ਭਾਵ ਕਿ ਅੱਗੇ ਆਉਂਦੀ ਹੈ, ਆਪਣੀ ਤਾਲੂ ਤੋਂ ਛੋਹ ਕੇ ਇੱਕੋ ਦਮ ਫਟਕ ਕੇ ਬਾਹਰ ਆਉਂਦੀ ਹੈ। ਅੱਗੇ ਹੈਗੇ ਨੇ ਖੈਮੇ व्यंजन। ਪੰਜਾਬੀ ਦੇ ਵਿੱਚ ਸੱਸਾ ਸ਼ ਤੇ ਹ, ਇਹ ਨੇ ਖੈਮੇ व्यंजन। ਇਹਨਾਂ ਦੇ ਉਚਾਰਨ ਸਮੇਂ ਹਵਾ, ਸਾਹ ਦੀ ਹਵਾ ਉਚਾਰਨ ਅੰਗਾਂ ਨਾਲ ਖਹਿੰਦੀ ਹੋਈ ਬਾਹਰ ਨੂੰ, ਭਾਵ ਕਿ ਜਿਹੜੇ ਆਪਣੇ ਉਚਾਰਨ ਅੰਗ ਨੇ ਉਹਨਾਂ ਨਾਲ ਖਹਿੰਦੀ ਹੋ ਕੇ ਬਾਹਰ ਨਿਕਲਦੀ ਆ, ਠੀਕ ਹੈ, ਤਾਂ ਉਹਨਾਂ ਨੂੰ ਆਪਾਂ ਕਹਿੰਦੇ ਖੈਮੇ व्यंजन। ਤੇ ਇਹਨਾਂ ਖੈਮੇ व्यंजਨਾਂ ਨੂੰ ਊਸ਼ਮ ਧੁਨੀਆਂ ਵੀ ਕਿਹਾ ਜਾਂਦਾ, ਠੀਕ ਹੈ, ਇਹਨਾਂ ਨੂੰ ਊਸ਼ਮ ਧੁਨੀਆਂ ਵੀ ਕਹਿੰਦੇ ਨੇ, ਸੱਸਾ ਸ਼ ਹ, ਠੀਕ ਹੈ। ਅੱਗੇ ਹੈ ਨੇ ਸਰਕਮੇ ਜਾਂ ਖਿਸਕਵੇਂ व्यंजन। ਪੰਜਾਬੀ ਦੇ ਵਿੱਚ ਜਈਆ ਤੇ ਵਾਵਾ, ਜਈਆ ਤੇ ਵਾਵਾ ਉਹ ਕਿਹੜੇ ਨੇ, ਸਰਕਮੇ ਜਾਂ ਖਿਸਕਵੇਂ, ਸਰਕਮੇ ਜਾਂ ਖਿਸਕਵੇਂ, ਤੇ ਇਹਨਾਂ ਨੂੰ ਸਰਕਮੇ ਜਾਂ ਖਿਸਕਵੇਂ ਤੋਂ ਇਲਾਵਾ ਅਰਧ ਸਵਰ ਵੀ ਕਹਿੰਦੇ ਆ ਜਈਏ ਤੇ ਵਾਵੇ ਨੂੰ। ਇਹਨਾਂ ਦਾ ਉਚਾਰਨ ਸਰਕਮਾ, ਜਈਆ, ਵਾਵਾ, ਸਰਕਮਾ, ਪਰ ਕਿਤੇ ਕਿਤੇ ਇਹ ਵਿਅੰਜਨਾਂ ਵਿੱਚ ਵੀ ਬਦਲ ਜਾਂਦੇ ਨੇ, ਭਾਵ ਕਿ ਕਿਤੇ ਇਹ ਸਵਰ ਬਣ ਜਾਂਦੇ ਨੇ ਜਿਵੇਂ ਅਰਧ ਸਵਰ ਨੇ, ਠੀਕ ਆ, ਕਿਤੇ ਕਿਤੇ ਇਹ ਵਿਅੰਜਨ ਬਣ ਜਾਂਦੇ, ਤਾਂ ਇਹਨਾਂ ਨੂੰ ਕਹਿੰਦੇ ਨੇ ਵੀ ਇਹ ਸਰਕ ਕੇ, ਠੀਕ ਆ, ਖਿਸਕ ਜਾਂਦੇ ਨੇ ਆਪਣੀ ਜਗ੍ਹਾ ਤੋਂ, ਕਦੇ ਇਹ ਵਿਅੰਜਨ ਬਣ ਜਾਂਦੇ ਨੇ, ਕਦੇ ਇਹ ਸਵਰ ਬਣ ਜਾਂਦੇ ਨੇ, ਜਿਵੇਂ ਅਰਧ ਸਵਰ 'ਚ ਚਲੇ ਜਾਂਦੇ ਨੇ, ਠੀਕ ਹੈ। ਜਈਏ ਦੇ ਉਚਾਰਨ ਲਈ ਜੀ ਪਹਿਲਾਂ ਈ ਵਾਲੀ ਸਥਿਤੀ ਉੱਤੇ ਆਉਂਦੀ ਹੈ, ਫਿਰ ਉਚਾਰਨ ਹੁੰਦੇ ਹੀ ਅਗਲੀ ਸਥਿਤੀ ਦੇ ਵਿੱਚ ਜਾਂਦੀ ਹੈ। ਜਈਏ ਦੇ ਆਰੰਭ ਦੇ ਵਿੱਚ ਬੁੱਲ ਖਿਲਰਦੇ ਨੇ ਜਈਆ, ਪਰ ਜੇ ਇਸ ਤੋਂ ਕੋਈ ਗੋਲ ਸਵਰ ਆ ਜਾਵੇ ਤਾਂ ਬੁੱਲਾਂ ਦੇ ਵਿੱਚ ਗੁਲਾਈ ਹੈ, ਭਾਵ ਤੁਸੀਂ ਇੰਨਾ ਯਾਦ ਨਹੀਂ ਕਰਨਾ, ਤੁਸੀਂ ਸਿਰਫ ਇੰਨਾ ਕਰਨਾ ਵੀ ਜਈਏ ਤਾਂ ਵਾਵਾ ਜਿਹੜੇ ਕਿ ਸਰਕਮੇ व्यंजन ਨੇ, ਕਿਉਂਕਿ ਇਹ ਕਦੇ ਸਵਰ ਬਣ ਜਾਂਦੇ ਨੇ ਤੇ ਕਦੇ ਇਹ ਵਿਅੰਜਨ ਵਿੱਚ ਬਦਲ ਜਾਂਦੇ ਨੇ, ਜਈਏ ਤੇ ਵਾਵਾ। ਇੱਕ ਤੁਸੀਂ ਟ੍ਰਿਲ ਤੇ ਫਲੈਪ ਵੀ ਯਾਦ ਰੱਖਣਾ। ਫਲੈਪ ਧੁਨੀਆਂ ਦੇ ਉਚਾਰਨ ਸਮੇਂ ਚੁਸਤ ਉਚਾਰਨ ਭਾਵ ਕਿ ਆਪਣੇ ਬੁੱਲ, ਹੇਠਲਾ ਜਵਾੜਾ ਤੇ ਜੀਭ, ਠੀਕ ਹੈ, ਇਹ ਉਚਾਰਨ ਸਥਾਨ ਨੂੰ ਇੱਕਦਮ ਛੋਹ ਕੇ ਆਪਣੀ ਫਿਰ ਤੋਂ ਸਥਿਤੀ ਦੇ ਵਿੱਚ ਵਾਪਸ ਆ ਜਾਂਦੇ ਨੇ, ਤਾਂ ਉਹਨੂੰ ਟ੍ਰਿਲ ਤੇ ਫਲੈਪ ਧੁਨੀ ਕਹਿੰਦੇ ਨੇ। ਤੇ ਪੰਜਾਬੀ ਦੇ ਵਿੱਚ ਉਲਟੀ ਜੀਵੀ ਫਲੈਪ ਧੁਨੀ ਆ, ਤੇ ਰਾਰਾ ਟ੍ਰਿਲ ਧੁਨੀ ਆ, ਇਸ ਦੇ ਵਿੱਚ ਚੁਸਤ ਉਚਾਰਨ ਸਥਾਨ ਨੂੰ ਛੋਹ ਵਾਰ-ਵਾਰ ਛੋਹਦਾ, ਠੀਕ ਹੈ।
हाँ जी, हुण तुसीं आ चार्ट याद रखना, चार्ट जरूर पेपर दे विच बनाउणा तुसीं, तो तुहानूं बहुत वधिया मार्क्स आ जिहड़े कि आउणगे। चार्ट देखो ये वाला चार्ट है, ठीक है, इन्हूं मैं तुहानूं दसदी किवें बनाउणा। तुसीं उपर लिखणे ने डकमे व्यंजन, ठीक है, डकमे व्यंजन, फिर तुसीं थोड़ा जिहा छड्ड के फिर अडकमे व्यंजन, फिर इन्हां दे विचों एक कंठी वाली लाइन बनाउणी, एक तालवी, एक उल्ट जीवी मुरदनी, एक दंती, होठी, गलोटन, ठीक है। ये बनाउण तो बाद तुसीं इधर अघोष अल्प प्राण लिखना, अघोष महाप्राण लिखना, शघोष महाप्राण लिखना, ठीक है। ਤਾਂ ਕੰਠੀ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀ ਕੱਕੇ ਵਾਲੀ ਲਾਈਨ ਆ ਕੰਠੀ, ਤੱਤੇ ਤਾਲਵੀ ਦੇ ਵਿੱਚ ਚੱਚੇ ਵਾਲੀ ਲਾਈਨ ਆ, ਤਾਲਵੀ ਦੇ ਵਿੱਚ ਚੱਚੇ ਵਾਲੀ ਲਾਈਨ ਆ, ਤੇ ਉਲਟੀ ਜੀਵੀ ਦੇ ਵਿੱਚ ਜਦੋਂ ਆਪਣੀ ਜੀਭ ਉਲਟ ਜਾਂਦੀ ਆ ਟੈਂਕੇ ਵਾਲੀ ਲਾਈਨ ਆ, ਦੰਤੀ ਦੇ ਵਿੱਚ ਆਪਣੀ ਜੀਭ ਦੰਦਾਂ ਨਾਲ ਛੂੰਹਦੀ ਆ, ਤੱਤੇ ਵਾਲੀ ਲਾਈਨ ਆ ਗਈ। ਹੋਠੀ 'ਚ ਜਿਹੜੇ ਕਿ ਆਪਣੇ ਦੋਨੇ ਹੋਠ ਬੁੱਲ ਟੱਚ ਕਰਦੇ ਨੇ, ਠੀਕ ਹੈ। ਗਲੋਟਲ ਸੁਰ ਜੰਤਰੀ ਘੰਡੀ ਤੁਹਾਨੂੰ ਦੱਸੇ ਸੀ ਕਿ ਹਾਹਾ, ਠੀਕ ਹੈ। ਅੱਗੇ ਫਿਰ ਤੁਸੀਂ ਅਡਕਵੇਂ ਵਿਅੰਜਨਾਂ ਦੇ ਵਿੱਚ ਉਸੇ ਲਾਈਨ ਨੂੰ ਕੱਕੇ ਵਾਲੀ ਲਾਈਨ ਦੇ ਵਿੱਚੋਂ ਪਹਿਲੇ 3-3 ਅੱਖਰ ਲਿਖ ਕੇ ਉਸ ਤੋਂ ਬਾਅਦ ਜਿਹੜੇ ਅਗਲੇ ਆਪਾਂ ਤੁਸੀਂ ਕਿਵੇਂ ਲਿਖਣੇ ਨੇ, ਨਾਸਕੀ, ਪਾਰਸ਼ਵਿਕ, ਟ੍ਰਿਲ, ਫਲੈਪ, ਕੰਬਵਾ, ਫਟਕਮਾ, ਸੰਘਰਸ਼ੀ, ਖੈਵੇਂ, ਇਹ ਬਣਾਉਣੇ ਨੇ, ਠੀਕ ਹੈ। ਸਰਕਵੇਂ ਤਾਂ ਇਹਦੇ ਵਿੱਚ ਫਿਰ ਤੁਸੀਂ ਜਿਹੜੇ ਕਿ ਕੰਠੀ ਵਾਲੇ 'ਚ ਜਿਹੜੇ ਕਿ ਅੰਕ ਆ ਜਾਊਗਾ ਨਾਸਕੀ ਦੇ ਵਿੱਚ, ਇਆਂ ਆ ਜਾਊਗਾ ਜਿਹੜੇ ਕਿ ਤਾਲਵੀ ਦੇ ਵਿੱਚ, ਨਾਣਾ ਆ ਜਾਊਗਾ ਉਲਟ ਜੀਵੀ ਦੇ ਵਿੱਚ, ਠੀਕ ਹੈ। ਦੰਤੀ ਦੇ ਵਿੱਚ ਨੰਨਾ ਆ ਜਾਊਗਾ ਤੇ ਹੋਠੀ ਦੇ ਵਿੱਚ ਮੱਮਾ ਆ ਜਾਊਗਾ, ਠੀਕ ਹੈ। ਇਹ ਹੋ ਜਾਣਗੇ ਦੇਖੋ ਇੱਧਰੋਂ ਇਹ ਲਾਈਨ ਬਣ ਗਈ, ਇਹ ਨਾਸਕੀ ਦੇ ਨੇ। ਨਾਸਕੀ ਦੇ ਭਾਵ ਕਿ ਲਾਸਟ ਵਾਲਾ ਪੰਜਵਾਂ ਅੱਖਰ, ਠੀਕ ਹੈ, ਉਹ ਨਾਸਕੀ ਵਿਅੰਜਨ ਆ ਜਾਊਗਾ। ਇੱਧਰੋਂ ਤੁਹਾਡਾ ਨਾਸਕੀ ਵਾਲਾ ਬਣ ਜਾਊਗਾ ਇਹ। ਤੇ ਉੱਪਰਲੀ ਸਾਈਡੋਂ ਜੇ ਆਪਾਂ ਦੇਖਾਂਗੇ ਆਪਾਂ ਕੰਠੀ 'ਚ ਇਹ ਲਾਈਨ ਆ ਗਈ, ਤਾਲਵੀ 'ਚ ਇਹ ਆ ਗਈ, ਮੁਰਦਨੀ ਉਲਟ ਜੀਵੀ 'ਚ ਇਹ ਆ ਗਈ, ਦੰਤੀ 'ਚ, ਹੋਠੀ 'ਚ, ਠੀਕ ਹੈ। ਫਿਰ ਤੁਸੀਂ ਪਾਰਸ਼ਵਿਕ ਫਿਲ ਕਰਨਾ, ਲੱਲਾ ਜਿਹੜੇ ਕਿ ਇੱਕ ਲੱਲੇ ਪੈਰ ਬਿੰਦੀ, ਇਹ ਉਲਟ ਜੀਵੀ 'ਚ, ਠੀਕ ਹੈ, ਤੇ ਇੱਕ ਦੰਤੀ ਦੇ ਵਿੱਚ। ਫਿਰ ਟ੍ਰਿਲ ਫਲੈਪ ਤੁਸੀਂ ਰਾੜਾ ਉਲਟ ਜੀਵੀ ਦੇ ਵਿੱਚ ਤੇ ਇੱਕ ਰਾਰਾ ਦੰਤੀ ਦੇ ਵਿੱਚ ਆ ਜਾਊਗਾ। ਫਿਰ ਕੰਬਵ ਦੇ ਵਿੱਚ ਰਾਰਾ ਦੰਤੀ ਦੇ ਵਿੱਚ ਆ ਜਾਊਗਾ। ਫਟਕਮਾ ਰਾੜਾ, ਠੀਕ ਹੈ, ਰਾੜਾ ਕਿਹੜੀ ਵਾਲੀ 'ਚ ਆ ਜਾਊਗਾ, ਉਲਟ ਜੀਵੀ 'ਚ ਆ ਜਾਊਗਾ। ਸੰਘਰਸ਼ੀ ਤੇ ਖੈਵੇਂ ਇਹਦੇ ਵਿੱਚ ਸੱਸੇ ਪੈਰ ਬਿੰਦੀ ਸ਼ ਤਾਲਵੀ ਦੇ ਵਿੱਚ, ਸੱਸਾ ਦੰਤੀ ਦੇ ਵਿੱਚ, ਸੱਸਾ, ਠੀਕ ਹੈ, ਤੇ ਹਾਹਾ ਗਲੋਟਲ ਦੇ ਵਿੱਚ ਆ ਗਿਆ। ਸਰਕਮ ਦੇ ਵਿੱਚ ਜਈਆ ਵਾਵਾ, ਇੱਧਰੋਂ ਇਹ ਵਾਵਾ ਜਿਹੜੇ ਕਿ ਹੋਠੀ ਦੇ ਵਿੱਚ ਬਾਬਾ, ਠੀਕ ਹੈ, ਤੇ ਜਈਆ ਜਿਹੜੇ ਕਿ ਆ ਜਾਊਗਾ ਤਾਲਵੀ ਦੇ ਵਿੱਚ। ਸੋ ਇਹ ਐਵੇਂ ਚਾਰਟ ਆ ਜਿਹੜੇ ਕਿ ਤੁਸੀਂ ਉਸ ਤੋਂ ਬਾਅਦ ਇਹਨੂੰ ਦਰਸਾ ਦੇਣਾ। ਜੇ ਤੁਹਾਨੂੰ ਦੂਜੇ ਤਰ੍ਹਾਂ ਹੀ ਯਾਦ ਰਹਿੰਦੇ ਨੇ ਤਾਂ ਦੂਜੇ ਤਰ੍ਹਾਂ ਯਾਦ ਰੱਖ ਲਓ ਵੀ ਉਹ ਉਲਟ ਜੀਵੀ ਕਿਹੜੇ ਨੇ, ਤਾਲਵੀ ਕਿਹੜੇ ਨੇ, ਜਿਵੇਂ ਤੁਹਾਨੂੰ ਠੀਕ ਲੱਗੇ, ਠੀਕ ਹੈ। ਇੱਧਰੋਂ ਤੁਸੀਂ ਨਾਸਕੀ ਯਾਦ ਕਰ ਲਓ, ਨਾਸਕੀ ਇਹ ਵਾਲੇ ਨੇ। ਇਹਨੂੰ ਵੈਸੇ ਤੁਸੀਂ ਬਣਾ ਕੇ ਰੱਖ ਲਓ, ਤੁਹਾਨੂੰ ਇਹਦੇ ਵਿੱਚੋਂ ਇੱਕੋ ਦਮ ਯਾਦ ਕਰਨਾ ਈਜ਼ੀ ਰਹਿ ਜਾਊਗਾ ਵੀ ਨਾਸਕੀ ਕਿਹੜੇ ਨੂੰ ਤੁਸੀਂ ਯਾਦ ਕਰ ਸਕਦੇ ਹੋ, ਪਾਰਸ਼ਵੀ ਕਿਹੜੇ ਨੇ ਐਵੇਂ, ਠੀਕ ਹੈ। ਤੇ ਇੱਧਰੋਂ ਕੰਠੀ ਕਿਹੜੇ ਨੇ ਐਵੇਂ ਯਾਦ ਰੱਖ ਸਕਦੇ ਹੋ, ਤਾਲਵੀ ਕਿਹੜੇ ਨੇ ਐਵੇਂ ਯਾਦ ਰੱਖ ਸਕਦੇ ਹੋ। ਸੋ ਇਹ ਸੀ ਤੁਹਾਡੇ ਜਿਹੜੇ ਕਿ ਖੰਡੀ ਧੁਨੀਆਂ ਆਪਾਂ ਬਾਅਦ ਚੋਂ ਕਰਾਂਗੇ। ਖੰਡੀ ਧੁਨੀਆਂ ਦੇ ਵਿੱਚੋਂ ਜਿਹੜੇ ਕਿ ਆਪਾਂ ਨੇ ਅੱਜ ਟੌਪਿਕ ਕੀਤਾ ਵਿਅੰਜਨ ਧੁਨੀਆਂ ਵਾਲਾ, ਤੇ ਕੱਲ੍ਹ ਆਪਾਂ ਨੇ ਕੀਤਾ ਸੀ ਜਿਹੜੇ ਕਿ ਸਵਰ ਧੁਨੀਆਂ ਵਾਲਾ। ਉਹਦਾ ਲਿੰਕ ਵੀ ਮੈਂ ਕਮੈਂਟ ਬਾਕਸ ਦੇ ਵਿੱਚ ਪਿਨ ਕਰ ਦੂੰਗੀ। ਥੈਂਕਸ। ਜੇ ਫਿਰ ਵੀ ਨਹੀਂ ਸਮਝ ਲੱਗੀ ਤੁਸੀਂ ਕਮੈਂਟ ਕਰ ਸਕਦੇ ਹੋ, ਆਪਾਂ ਤੁਹਾਨੂੰ ਫਿਰ ਤੋਂ ਦੁਬਾਰਾ ਜਿਹੜੀ ਕਿ ਅੱਛੇ ਢੰਗ ਦੇ ਨਾਲ ਸਮਝਾ ਦਾਂਗੇ। ਥੈਂਕਸ ਵਨਸ ਅਗੇਨ।